Even I am so glad that I am going to share from His living word. ਮੈਂ ਵੀ ਬਹੁਤ ਜ਼ਿਆਦਾ ਖੁਸ਼ ਹਾਂ ਕਿ ਮੈਂ ਉਹਦੇ ਜਿਉਂਦੇ ਵਚਨ ਨੂੰ ਤੁਹਾਡੇ ਨਾਲ ਵੰਡਣ ਲਈ ਜਾ ਰਹੀ ਹਾਂ। ਹਾਲੇਲੂਇਆ, Hallelujah. Yeah. Okay, ready? Whistle, clapping, hanky, full enjoy in preaching. ਦੇਖੋ ਸੀਟੀਆਂ, ਰੁਮਾਲ ਘੁਮਾਣਾ ਇਹ ਸਾਰੇ ਤੁਹਾਡੇ ਆਨੰਦ ਨੂੰ ਦਰਸਾਉਂਦਾ ਹੈ। ਤੁਸੀਂ ਕਿੰਨੇ ਖੁਸ਼ ਹੋ। ਹਾਲੇਲੂਇਆ। Do you know when you do like this, Holy Spirit and angels they enjoy with us. ਜਦੋਂ ਤੁਸੀਂ ਐਵੇਂ ਆਨੰਦ ਖੁਸ਼ੀ ਦਿਖਾਉਂਦੇ ਹੋ ਨਾ ਤਾਂ ਸਵਰਗੀ ਦੂਤ ਵੀ ਤੁਹਾਡੇ ਨਾਲ ਆਨੰਦ ਕਰਦੇ ਨੇ। ਹਾਲੇਲੂਇਆ, Hallelujah. ਸਵਰਗੀ ਦੂਤ, ਆਮੇਨ। And Holy Spirit feel that I need to show much power here. ਤੇ ਪਵਿੱਤਰ ਆਤਮਾ ਜੀ ਐਵੇਂ ਹੁੰਦੇ ਨੇ ਕਿ ਅੱਜ ਤਾਂ ਮੈਨੂੰ ਬਹੁਤ ਜ਼ਿਆਦਾ ਸਮਰਥ ਦਿਖਾਣੀ ਹੈ, ਅੱਜ ਤਾਂ ਮੈਂ ਬਹੁਤ ਸਮਰਥ ਤਰੀਕੇ ਨਾਲ ਕੰਮ ਕਰੂੰਗਾ। Hallelujah. ਹਾਲੇਲੂਇਆ। You know what we are going to learn today? ਤੁਹਾਨੂੰ ਪਤਾ ਅੱਜ ਅਸੀਂ ਬਹੁਤ ਵਧੀਆ ਚੀਜ਼ਾਂ ਨੂੰ ਸਿੱਖਣ ਲਈ ਜਾ ਰਹੇ ਹਾਂ। The power of obedience. ਦੇਖੋ ਆਗਿਆਕਾਰਤਾ ਦੀ ਇੱਕ ਸ਼ਕਤੀ ਹੈ। ਉਹ ਕੀ ਚੀਜ਼ ਹੈ? There is power in obedience. ਦੇਖੋ ਜਦੋਂ ਆਪਾਂ ਆਗਿਆ ਦਾ ਪਾਲਣ ਕਰਦੇ ਨਾ ਉਹਦੇ ਵਿੱਚ ਸ਼ਕਤੀ ਹੈ। And how that power will come when you will obey the word of God. ਉਹ ਸਾਮਰਥ, ਉਹ ਸ਼ਕਤੀ ਤੁਹਾਡੇ ਅੰਦਰ ਕਿਵੇਂ ਆਵੇਗੀ? ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਮੰਨੋਗੇ। How sin enter in this world. ਪਾਪ ਕਿਵੇਂ ਆ ਗਿਆ ਇਸ ਦੁਨੀਆ ਦੇ ਵਿੱਚ? Can you tell me how? ਕੀ ਤੁਸੀਂ ਦੱਸ ਸਕਦੇ ਹੋ ਪਾਪ ਕਿਵੇਂ ਆਇਆ ਇਸ ਦੁਨੀਆ ਦੇ ਵਿੱਚ? Sin of disobedient. ਦੇਖੋ ਅਣਆਗਿਆਕਾਰਤਾ ਦਾ ਪਾਪ Our mother Eve. ਦੇਖੋ ਹਵਾ ਦੇ ਦੁਆਰਾ ਕੀਤਾ ਗਿਆ ਜੋ ਪਾਪ, ਅਣਆਗਿਆਕਾਰਤਾ ਦਾ ਪਾਪ। She disobeyed. ਉਹਨੇ ਅਣਆਗਿਆਕਾਰਤਾ ਕੀਤੀ। And our father Adam, he disobeyed. ਔਰ ਆਪਣੇ ਪਿਤਾ ਆਦਮ ਨੇ ਵੀ ਉਹਨੇ ਵੀ ਅੱਗੇ ਅਣਆਗਿਆਕਾਰਤਾ ਕੀਤੀ। So this sin came to the world. ਫਿਰ ਇਸ ਕਾਰਨ ਇਹ ਅਣਆਗਿਆਕਾਰਤਾ ਦਾ ਪਾਪ ਇਸ ਦੁਨੀਆ ਵਿੱਚ ਆ ਗਿਆ। This disobedient sin is having a lot of roots. ਦੇਖੋ ਇਹ ਜਿਹੜਾ ਅਣਆਗਿਆਕਾਰ ਦਾ ਪਾਪ ਹੈ, ਇਸ ਪਾਪ ਦੀਆਂ ਬਹੁਤ ਜੜਾਂ ਫੈਲ ਗਈਆਂ। ਫਿਰ Hallelujah. ਹਾਲੇਲੂਇਆ। What I am trying to teach you here. ਮੈਂ ਤੁਹਾਨੂੰ ਕੀ ਸਿਖਾਉਣਾ ਚਾਹ ਰਹੀ ਹਾਂ ਇੱਥੇ? Be obedience to the Lord. ਆਗਿਆਕਾਰੀ ਬਣੋ ਪਰਮੇਸ਼ਰ ਦੇ ਪ੍ਰਤੀ। Even if you are alone, that time also God is looking at you. ਜੇਕਰ ਤੁਸੀਂ ਇਕੱਲੇ ਵੀ ਹੋ ਨਾ, ਆਗਿਆਕਾਰ ਰਹੋ ਪਰਮੇਸ਼ਰ ਦੇ। ਪ੍ਰਭੂ ਦੀਆਂ ਨਜ਼ਰਾਂ ਤੁਹਾਨੂੰ ਵੇਖ ਰਹੀਆਂ ਨੇ ਉਦੋਂ। If you are obedience, then what blessing you will get, I will tell you. ਮੈਂ ਤੁਹਾਨੂੰ ਦੱਸੂਗੀ ਕਿ ਜੇਕਰ ਤੁਸੀਂ ਆਗਿਆਕਾਰੀ ਵਾਲਾ ਜੀਵਨ ਬਿਤਾਉਂਦੇ ਹੋ ਪਰਮੇਸ਼ਰ ਦੇ ਅੱਗੇ, ਕਿੱਦਾਂ ਦੀ ਬਰਕਤਾਂ ਤੁਹਾਡੇ ਜੀਵਨ ਵਿੱਚ ਆਉਣਗੀਆਂ। What God is promising of prosperity in the world. ਕਿਵੇਂ ਪਰਮੇਸ਼ਰ ਆਪਣੇ ਵਚਨ ਦੇ ਵਿੱਚ ਤਰੱਕੀ ਦੀਆਂ ਬਰਕਤਾਂ ਤੁਹਾਨੂੰ ਦੇਣਾ ਚਾਹੁੰਦਾ ਹੈ। Hallelujah. ਹਾਲੇਲੂਇਆ। The book of Joshua, one of my favorite book, the book of Joshua chapter 1 verse 7 and 8. ਯੋਸ਼ੂਆ ਦੀ ਕਿਤਾਬ ਪਹਿਲਾ ਅਧਿਆਇ ਉਹਦੇ 7 ਤੇ 8 ਆਇਤ ਨੂੰ ਵੇਖਾਂਗੇ We ਅਸੀਂ। will read it in Punjabi language. Everyone please listen carefully and we will close the Bible there. ਦੇਖੋ ਪਹਿਲਾਂ ਅਸੀਂ ਪੰਜਾਬੀ ਵਿੱਚ ਆਇਤਾਂ ਪੜਾਂਗੇ, ਸਾਰੇ ਜਣੇ ਬੜੇ ਧਿਆਨ ਨਾਲ ਸੁਣਿਓ, ਫਿਰ ਉਸ ਤੋਂ ਬਾਅਦ ਆਪਾਂ ਬਾਈਬਲ ਬੰਦ ਕਰ ਦੇਵਾਂਗੇ। ਬਸ ਜੀ ਯਹੋਸ਼ੂਆ ਪਹਿਲਾ ਅਧਿਆਇ 7 ਤੇ 8 ਵਚਨ। ਤੂੰ ਨਿਰਾ ਤਕੜਾ ਹੋ ਅਤੇ ਵੱਡਾ ਹੌਸਲਾ ਰੱਖ, ਤਾਂ ਜੋ ਤੂੰ ਉਸ ਸਾਰੀ ਵਿਵਸਥਾ ਅਨੁਸਾਰ ਜਿਸ ਦਾ ਮੇਰੇ ਦਾਸ ਮੂਸਾ ਨੇ ਤੈਨੂੰ ਹੁਕਮ ਦਿੱਤਾ ਹੈ ਪਾਲਣਾ ਕਰਕੇ ਪੂਰਾ ਕਰੇ, ਉਸ ਤੋਂ ਸੱਜੇ ਅਥਵਾ ਖੱਬੇ ਨਾ ਮੁੜੇ, ਤਾਂ ਜੋ ਤੂੰ ਜਿੱਥੇ ਜਾਵੇਂ ਤੇਰਾ ਬੋਲ ਬਾਲਾ ਹੋਵੇ। ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ, ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ, ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਤੇ ਉਸ ਨੂੰ ਪੂਰਾ ਕਰੇ, ਤਾਂ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ। ਹਾਲੇਲੂਇਆ। परमेश्वर के वचन के लिए हम ताली बजाएंगे। ਪ੍ਰਭੂ ਦੇ ਵਚਨ ਪੜਿਆ ਸੀ ਤਾੜੀ ਨਾਲ। Hallelujah. Thank you Lord. What a beautiful word. ਕਿੰਨਾ ਸੋਹਣਾ ਵਚਨ ਹੈ। ਹਾਲੇਲੂਇਆ। Hallelujah. All blessings, all success, all prosperity is here in this word. ਦੇਖੋ ਸਾਰੀ ਤਰੱਕੀ, ਬਰਕਤਾਂ, ਸਭ ਕੁਝ ਇਹਦੇ ਵਿੱਚ ਆ ਗਿਆ। My dear friends, ਮੇਰੇ ਪਿਆਰੇ ਦੋਸਤੋ, I want to tell you something. ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਹਾਂ। Read Bible every day. ਹਰ ਰੋਜ਼ ਪਰਮੇਸ਼ਰ ਦਾ ਵਚਨ ਪੜੋ। Practice to open Bible books names. ਹਾਂ, ਬਾਈਬਲ ਦੀ ਕਿਤਾਬਾਂ ਦੇ ਨਾਮ ਖੋਲ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰੋ। Know that where is the Joshua book, where is the Psalms, where are the Gospels. ਬਾਈਬਲ ਦੀ ਕਿਤਾਬਾਂ ਤੁਹਾਨੂੰ ਯਾਦ ਹੋਣੀ ਚਾਹੀਦੀ ਨੇ ਕਿ ਯੋਸ਼ੂਆ ਦੀ ਕਿਤਾਬ ਕਿੱਥੇ ਹੈ, ਜ਼ਬੂਰਾਂ ਦੀ ਪੋਥੀ ਕਿੱਥੇ ਹੈ, ਕਹਾਵਤਾਂ ਕਿੱਥੇ ਹੈ, ਸੈਮੂਅਲ ਕਿੱਥੇ ਹੈ, ਪਹਿਲਾ ਸੈਮੂਅਲ, ਦੂਜਾ ਸੈਮੂਅਲ ਕਿੱਥੇ ਲਿਖਿਆ ਹੋਇਆ ਹੈ। I saw somebody was searching the book of Joshua backside of the Bible.
ਦੇਖੋ ਮੈਂ ਕਿਸੇ ਨੂੰ ਦੇਖ ਰਹੀ ਸੀ, ਉਹ ਸਭ ਤੋਂ ਬਾਈਬਲ ਦੇ ਬਿਲਕੁਲ ਅਖੀਰਲੇ ਪੰਨਿਆਂ 'ਚ ਯੋਸ਼ੂਆ ਦੀ ਕਿਤਾਬ ਨੂੰ ਲੱਭ ਰਹੇ ਨੇ। And you are not old Christian. ਤੇ ਤੁਸੀਂ ਬਹੁਤ ਪੁਰਾਣੇ, you are not ਤੁਸੀਂ new Christian, you are old Christian. ਤੁਸੀਂ ਨਵੇਂ ਮਸੀਹ ਵੀ ਨਹੀਂ ਹੋ, ਤੁਸੀਂ ਤਾਂ ਕਿੰਨੇ ਪੁਰਾਣੇ ਹੋ ਗਏ, ਕਿੰਨੇ ਸਾਲ ਹੋ ਗਏ ਤੁਹਾਨੂੰ ਮਸੀਹ ਵਿੱਚ। Every day practice with your Bible, every day, every day. ਹਰ ਰੋਜ਼ ਪਰਮੇਸ਼ਰ ਦਾ ਵਚਨ ਪੜ੍ਹੀਏ, ਕਿਤਾਬਾਂ ਨੂੰ ਯਾਦ ਕਰੀਏ, ਪੜ੍ਹੀਏ ਉਹਨਾਂ ਨੂੰ। Hallelujah. ਹਾਲੇਲੂਇਆ। Okay, come to the point. Today topic is the power of obedience. ਦੇਖੋ ਅੱਜ ਅਸੀਂ ਸਿੱਖਾਂਗੇ ਆਗਿਆਕਾਰਤਾ ਦੀ ਸ਼ਕਤੀ ਬਾਰੇ। Here it is written verse 7 that be strong and courageous. ਦੇਖੋ ਅਸੀਂ 7ਵੀਂ ਆਇਤ ਨੂੰ ਪੜ੍ਹਿਆ, ਤੂੰ ਨਿਰਾ ਤਕੜਾ ਹੋ ਤੇ ਵੱਡਾ ਹੌਸਲਾ ਰੱਖ। You know who is speaking here? ਤੁਸੀਂ ਜਾਣਦੇ ਹੋ ਤੁਹਾਨੂੰ ਕੌਣ ਬੋਲ ਰਿਹਾ ਇੱਥੇ? Yahweh. ਯਾਹਵੇ, ਯਹੋਵਾ ਪਰਮੇਸ਼ਰ ਦੀ ਆਵਾਜ਼ ਹੈ ਇਹ। Yahweh is speaking here to whom? ਦੇਖੋ ਯਹੋਵਾ ਪਰਮੇਸ਼ਰ ਗੱਲ ਕਰ ਰਹੇ ਨੇ ਕਿਹਦੇ ਨਾਲ? To the Joshua. ਜੋਸ਼ੂਆ ਨਾਲ ਗੱਲ ਹੋ ਰਹੀ ਹੈ। He is directly speaking to Joshua. ਦੇਖੋ ਯਹੋਵਾ ਪਰਮੇਸ਼ਰ ਹੋਸ਼ੂਆ ਨਾਲ ਗੱਲ ਕਰ ਰਹੇ ਨੇ। Not only to Joshua but every one of us he is speaking today. ਪਰ ਸਿਰਫ ਯੋਸ਼ੂਆ ਨਾਲ ਹੀ ਨਹੀਂ, ਅੱਜ ਉਹ ਸਾਰਿਆਂ ਨਾਲ ਗੱਲਾਂ ਕਰ ਰਿਹਾ ਹੈ ਯਹੋਵਾ Because ਪਰਮੇਸ਼ਰ। Joshua has a target to complete here. ਦੇਖੋ ਜੋਸ਼ੂਆ ਕੋਲੇ ਉਹਨੇ ਇੱਕ ਟੀਚਾ ਬਣਾਇਆ ਹੋਇਆ, ਉਹਦਾ ਇੱਕ ਟਾਰਗੇਟ ਹੈ, ਉਹਨੂੰ ਪੂਰਾ ਕਰਨ ਲਈ ਜਾ ਰਿਹਾ But ਉਹ। he is scared and he is feeling weak that how I will do it. ਪਰ ਯੋਸ਼ੂਆ ਇੱਥੇ ਬੜਾ ਕਮਜ਼ੋਰ ਮਹਿਸੂਸ ਕਰ ਰਿਹਾ, ਉਹ ਡਰ ਰਿਹਾ ਕਿ ਮੈਂ ਕਿਵੇਂ ਕਰੂੰਗਾ। But here what Yahweh is saying to him. ਪਰ ਇੱਥੇ ਯਹੋਵਾ ਪਰਮੇਸ਼ਰ ਕੀ ਕਹਿ ਰਿਹਾ ਯੋਸ਼ੂਆ ਨੂੰ? Joshua, be strong, be courageous. ਯਹੋਵਾ ਪਰਮੇਸ਼ਰ ਦੀ ਆਵਾਜ਼ ਆਂਦੀ ਯੋਸ਼ੂਆ ਨੂੰ, ਕਹਿੰਦੀ ਤੂੰ ਨਿਰਾ ਤਕੜਾ ਹੋ, ਹੌਸਲਾ ਰੱਖ। Because the Lord knows that you are going to face so many things. ਕਿਉਂਕਿ ਯਹੋਵਾ ਪਰਮੇਸ਼ਰ ਜਾਣਦੇ ਨੇ ਕਿ ਤੂੰ ਬਹੁਤ ਚੀਜ਼ਾਂ ਦਾ ਸਾਹਮਣਾ ਕਰੇਂਗਾ। There will be lot of struggles, lot and ups and downs, lot of choices, tough time. ਦੇਖੋ ਬਹੁਤ ਸਾਰੇ ਉਤਾਰ ਚੜਾਅ ਹੋਣਗੇ, ਬਹੁਤ ਸੰਘਰਸ਼ ਹੋਣਗੇ, ਪਤਾ ਹੈ ਯਹੋਵਾ ਪਰਮੇਸ਼ਰ ਨੂੰ। So be strong and courageous. ਪਹਿਲਾਂ ਹੀ ਉਹਦੀ ਆਵਾਜ਼ ਉਹਨੂੰ ਕਹਿ ਰਹੀ ਹੈ ਤੂੰ ਤਕੜਾ ਹੋ, ਵੱਡਾ ਹੌਸਲਾ ਰੱਖ। And what is the second thing in verse 7? ਦੂਜੀ ਗੱਲ ਅਸੀਂ ਕੀ ਵੇਖਦੇ ਹਾਂ In verse 7, 7ਵੀਂ ਆਇਤ ਦੇ ਵਿੱਚ? be careful to obey all commandments. ਦੇਖੋ ਬੜੇ ਧਿਆਨ ਨਾਲ ਤੂੰ ਮੇਰੇ ਹੁਕਮਾਂ ਦੀ ਪਾਲਣਾ ਕਰੀ। Be very careful. ਬੜੇ ਧਿਆਨ ਨਾਲ। When you are alone, ਜੋ ਤੁਸੀਂ ਇਕੱਲੇ ਹੋ, when you are with your friends, ਜੋ ਤੁਸੀਂ ਆਪਣੇ ਦੋਸਤਾਂ ਨਾਲ ਹੋ, when you are with your relatives, ਜੋ ਤੁਸੀਂ ਆਪਣੇ ਰਿਸ਼ਤੇਦਾਰਾਂ ਨਾਲ ਹੋ, when you are asleep, when you are going to sleep, you are on your bed, ਜੋ ਤੁਸੀਂ ਆਪਣੇ ਬਿਸਤਰੇ ਤੇ ਸੌਣ ਲਈ ਜਾ ਰਹੇ ਹੋ, when you are thinking something, ਜੋ ਤੁਸੀਂ ਹੋਰ ਵਿਚਾਰਾਂ ਨੂੰ ਸੋਚਦੇ ਹੋ, be careful to obey all commandments. ਉਸ ਵੇਲੇ ਵੀ ਤੁਸੀਂ ਧਿਆਨ ਰੱਖਣਾ ਹੈ ਕਿ ਤੁਸੀਂ ਸਾਰੇ ਹੁਕਮਾਂ ਦੀ ਪਾਲਣਾ ਕਰੋ। I have to make happy to my Lord, not to anyone. ਇਹ ਧਾਰ ਲਓ ਤੁਸੀਂ ਕਿ ਮੈਂ ਤਾਂ ਆਪਣੇ ਪਰਮੇਸ਼ਰ ਨੂੰ ਖੁਸ਼ ਕਰਨਾ ਹੈ, ਹੋਰ ਕਿਸੇ ਨੂੰ ਨਹੀਂ। Hallelujah. ਹਾਲੇਲੂਇਆ। Third point in verse 7. ਦੇਖੋ ਅਸੀਂ ਤੀਸਰਾ ਪੁਆਇੰਟ ਦੇਖਾਂਗੇ 7ਵੀਂ ਆਇਤ ਦੇ ਵਿੱਚ। Do not turn right and left. ਤੂੰ ਸੱਜੇ ਖੱਬੇ ਨਾ ਮੁੜੀ। My Lord, my Yahweh is saying that don't turn to right or left. ਯਹੋਵਾ ਪਰਮੇਸ਼ਰ ਨੂੰ ਕਹਿ ਰਿਹਾ ਤੂੰ ਸੱਜੇ ਖੱਬੇ ਨਾ ਮੁੜੀ, Just follow my commandments. ਸਿਰਫ ਮੇਰੀ ਵਿਵਸਥਾ ਵੱਲ ਆਪਣਾ ਧਿਆਨ ਲਾਈ, ਮੇਰੇ ਹੁਕਮਾਂ ਵੱਲ ਆਪਣਾ ਧਿਆਨ ਲਾਈ। But what is wrong with us? ਪਰ ਸਾਡੇ ਨਾਲ ਕੀ ਗਲਤ ਹੋ ਜਾਂਦਾ ਹੈ? Whenever situation comes, we turn right. ਅਸੀਂ ਕੀ ਗਲਤੀ ਕਰਦੇ ਆ? ਜਦੋਂ ਵੀ ਕੋਈ ਐਦਾਂ ਦੇ ਹਾਲਾਤ ਆ ਜਾਂਦੇ ਨੇ, ਸੰਘਰਸ਼ ਆ ਜਾਂਦਾ, ਅਸੀਂ ਕਦੇ ਇੱਧਰ ਨੂੰ ਮੁੜ ਜਾਂਦੇ ਆ, ਕਦੇ ਉੱਧਰ ਨੂੰ ਮੁੜ ਜਾਂਦੇ ਆ। Whenever addiction comes that I want to drink or I want to take drugs, that time we turn left. ਜਦੋਂ ਵੀ ਸਾਡੇ ਮਨ ਚ ਆਉਂਦਾ ਵੀ ਮੈਂ ਤਾਂ ਅੱਜ ਕੁਝ ਨਸ਼ਾ ਕਰਨ ਨੂੰ ਜੀ ਕਰਦਾ, ਉਦੋਂ ਹੀ ਅਸੀਂ ਕਦੇ ਇੱਧਰ ਉੱਧਰ ਨੂੰ ਮੁੜਨ ਲੱਗ ਜਾਂਦੇ ਆ ਆਪੇ ਆਪਣੀ ਮਰਜ਼ੀ ਨਾਲ। Whenever we just talk bad about other people's, we turn right or left or right. ਦੇਖੋ ਜਦੋਂ ਅਸੀਂ ਕਿਸੇ ਦੀ ਬੁਰਾਈ ਕਰ ਰਹੇ ਹੁੰਨੇ ਆਪਣੇ ਮੂੰਹ ਨਾਲ, ਅਸੀਂ ਉਦੋਂ ਵੀ ਟੇਢੇ ਬਿੰਗੇ ਹੋ ਕੇ ਤੁਰਨ ਲੱਗ ਜਾਂਦੇ ਆ ਫਿਰ। But what Yahweh is saying to Joshua, do not turn right or left. ਪਰ ਇੱਥੇ ਯਹੋਵਾ ਪਰਮੇਸ਼ਰ ਕੀ ਕਹਿ ਰਿਹਾ ਹੈ ਯਹੋਸ਼ੂਆ ਨੂੰ? ਤੂੰ ਸੱਜੇ ਅਥਵਾ ਖੱਬੇ ਨਾ ਮੁੜੀ। Because he is Yahweh, he knows there are so many things in the world which will attract him. ਦੇਖੋ ਯਹੋਵਾ ਪਰਮੇਸ਼ਰ ਜਾਣਦਾ ਹੈ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਸਾਰੀ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀ ਤੁਹਾਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦੀਆਂ ਨੇ। That's why Yahweh, our Lord, is saying, do not turn or left, do not turn right or left. ਇਸ ਕਰਕੇ ਯਹੋਵਾ ਪਰਮੇਸ਼ਰ ਸਾਨੂੰ ਵੀ ਅੱਜ ਕਹਿ ਰਹੇ ਨੇ ਤੁਸੀਂ ਸੱਜੇ ਅਥਵਾ ਖੱਬੇ ਨਾ ਮੁੜਿਓ। Just follow my commandments. ਸਿਰਫ ਮੇਰੀ ਵਿਵਸਥਾ ਦੀ ਪਾਲਣਾ ਕਰਿਓ, ਮੇਰੇ ਹੁਕਮਾਂ ਨੂੰ ਮੰਨਿਓ। Hallelujah. ਹਾਲੇਲੂਇਆ Hallelujah. ਹਾਲੇਲੂਇਆ। Here is the fourth point. ਇੱਥੇ ਅਸੀਂ ਚੌਥੀ ਗੱਲ ਵੇਖਾਂਗੇ In verse 7. 7ਵੀਂ ਆਇਤ ਦੇ ਵਿੱਚ। If you will not turn right or left,
ਜੇਕਰ ਤੂੰ ਸੱਜੇ ਅਥਵਾ ਖੱਬੇ ਨਾ ਮੁੜੇ and carefully you will obey all the ਤੇ commandments, ਬੜੇ ਧਿਆਨ ਨਾਲ ਮੇਰੀ ਵਿਵਸਥਾ ਦੀ ਪਾਲਣਾ ਕਰੇ then you will be successful everywhere, wherever you will go. ਤਾਂ ਤੂੰ ਜਿੱਥੇ ਕਿਤੇ ਵੀ ਜਾਵੇਂਗਾ ਤੂੰ ਸਫਲ ਹੋਵੇਂਗਾ। Hallelujah! ਹਾਲੇਲੂਇਆ Hallelujah! ਹਾਲੇਲੂਇਆ। First time in Bible, the word success came in this verse. ਇਸ ਪਵਿੱਤਰ ਵਚਨ ਦੇ ਵਿੱਚ ਪਹਿਲੀ ਵਾਰ ਸਫਲਤਾ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ ਇਸ ਆਇਤ ਦੇ ਵਿੱਚ। And who used this word success? Lord Yahweh. ਤੇ ਤੁਹਾਨੂੰ ਪਤਾ ਕਿਹਨੇ ਇਸ ਸਫਲਤਾ ਸ਼ਬਦ ਦਾ ਪ੍ਰਯੋਗ ਕੀਤਾ? ਯਹੋਵਾ ਪਰਮੇਸ਼ਵਰ ਨੇ। Hallelujah! ਹਾਲੇਲੂਇਆ। You can read Bible before Joshua, the books comes, Genesis, Exodus, Numbers, Leviticus. There is no word successful. ਓਕੇ, ਯਹੋਸ਼ੂਆ ਦੀ ਪੁਸਤਕ ਤੋਂ ਪਹਿਲਾਂ ਜਿਹੜੀਆਂ ਕਿਤਾਬਾਂ ਆਉਂਦੀਆਂ ਨੇ ਉਤਪਤੀ, ਗਿਣਤੀ, ਕੂਚ, ਇਹਨਾਂ ਦੇ ਵਿੱਚ ਕਿਤੇ ਵੀ ਇਹ ਸਫਲਤਾ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ ਗਿਆ। But here Yahweh is speaking, if you will follow my commandment, wherever you will go, blessings will follow you, ਦੇਖੋ, success will follow you. ਇੱਥੇ ਯਹੋਵਾ ਪਰਮੇਸ਼ਰ ਦੀ ਆਵਾਜ਼ ਨੇ ਸ਼ਬਦ ਬੋਲੇ, ਦੇਖ ਤੂੰ ਜਿੱਥੇ ਕਿਤੇ ਵੀ ਜਾਵੇਂਗਾ ਤੂੰ ਸਫਲ ਹੋਵੇਂਗਾ, ਤੇਰਾ ਬੋਲ ਬਾਲਾ ਹੋਵੇਗਾ। Hallelujah! ਹਾਲੇਲੂਇਆ। Hallelujah! In one day, how many times we turn right or left? ਦੇਖੋ ਇੱਕ ਦਿਨ ਦੇ ਵਿੱਚ ਆਪਾਂ ਕਿੰਨਾ ਇੱਧਰ ਉੱਧਰ ਮੁੜ ਜਾਂਦੇ ਆ। Hallelujah! ਹਾਲੇਲੂਇਆ। Little festival came, cannot stop. I also want to enjoy, I also want to dance like worldly people, just turning the right, turning the left. ਦੇਖੋ ਆਪਣੀ ਮਰਜ਼ੀ ਕਰਦੇ ਆ, ਅਸੀਂ ਦੇਖਦੇ ਵੀ ਅੱਜ ਤਾਂ ਇਹ ਤਿਹਾਰ ਆ, ਮੇਰਾ ਤਾਂ ਜੀ ਕਰਦਾ ਉਹਨਾਂ ਵਾਂਗੂ ਕਰਨ ਨੂੰ, ਮਿੰਟ 'ਚ ਚਲੇ ਜਾਂਦੇ ਆ, ਅਸੀਂ ਤਿਆਰ ਹੋ ਕੇ ਇੱਧਰ ਉੱਧਰ ਮੁੜ ਜਾਂਦੇ ਆ ਆਪਣੀ ਮਰਜ਼ੀ There ਨਾਲ। are lot of attractions in this world, ਇਸ ਦੁਨੀਆ ਵਿੱਚ ਬਹੁਤ ਸਾਰੀਆਂ ਆਕਰਸ਼ਿਤ ਕਰਨ ਵਾਲੀਆਂ ਚੀਜ਼ਾਂ but ਨੇ, always remember that we are heavenly people. ਹਮੇਸ਼ਾ ਯਾਦ ਰੱਖੋ ਕਿ ਅਸੀਂ ਤਾਂ ਸਵਰਗੀ ਲੋਕ ਹਾਂ। Hallelujah! ਹਾਲੇਲੂਇਆ। There is a power in the presence of the God, ਦੇਖੋ ਪਰਮੇਸ਼ਰ ਦੀ ਹਜ਼ੂਰੀ ਵਿੱਚ ਸ਼ਕਤੀ ਹੈ, and that presence is always with us. ਤੇ ਉਹ ਜਿਹੜੀ ਹਜ਼ੂਰੀ ਹੈ ਉਹ ਹਮੇਸ਼ਾ ਸਾਡੇ ਨਾਲ ਰਹਿੰਦੀ If ਹੈ। I will do something unholy thing, that presence of God will leave me. ਔਰ ਇਹ ਸੋਚ ਕੇ ਚੱਲੀਏ ਜੇਕਰ ਮੈਂ ਕੋਈ ਵੀ ਅਪਵਿੱਤਰ ਚੀਜ਼ ਕਰੂੰਗਾ ਤਾਂ ਉਹ ਪਰਮੇਸ਼ਰ ਦੀ ਹਜ਼ੂਰੀ ਮੈਨੂੰ ਛੱਡ ਕੇ ਚਲੀ ਜਾਏਗੀ। Hallelujah! Then there is no guarantee of your life. ਤੁਹਾਡੀ ਲਾਈਫ ਦੀ ਕੋਈ ਗਾਰੰਟੀ ਨਹੀਂ ਹੈ। Hallelujah! Hallelujah. What you are learning today, ਦੇਖੋ ਅੱਜ ਤੁਸੀਂ ਕੀ ਸਿੱਖ ਰਹੇ ਹੋ? you all want success in your life. ਤੁਸੀਂ ਸਾਰੇ ਸਫਲਤਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ, Do you want or not? ਚਾਹੁੰਦੇ ਹੋ ਨਾ ਸਫਲਤਾ? Brothers want promotions, heavy business, heavy cash in their hands, they're in their wallets, in their accounts, and good house, good car, everything. ਦੇਖੋ ਭਰਾਵਾਂ ਦੇ ਬਹੁਤ ਸਾਰੇ ਸੁਪਨੇ ਹੁੰਦੇ ਨੇ ਕਿ ਮੈਨੂੰ ਧਨ ਚਾਹੀਦਾ ਹੈ, ਮੇਰਾ ਬਿਜ਼ਨਸ ਵਧੀਆ ਚੜ੍ਹਾਈ ਕਰ ਜੇ, ਮੈਨੂੰ ਵਧੀਆ ਸੋਹਣੀ ਕੋਠੀ ਚਾਹੀਦੀ ਹੈ, ਵਧੀਆ ਕਾਰ ਚਾਹੀਦੀ ਹੈ, ਮੇਰੇ ਪਰਸ 'ਚ ਵਾਧੂ ਪੈਸੇ ਹੋਣੇ ਚਾਹੀਦੇ ਨੇ। Always want that. I also want to dress up very good. I want each and everything perfect in my kitchen, in my house. I must look rich woman. ਦੇਖੋ ਔਰਤ ਭੈਣਾਂ ਵੀ ਕਈ ਵਾਰ ਇਹ ਸੋਚਦੀਆਂ ਨੇ ਕਿ ਸਾਡੇ ਕੋਲ ਬਹੁਤ ਵਧੀਆ ਕੱਪੜੇ ਹੋਣ, ਬਹੁਤ ਅੱਛੀ ਜੁਐਲਰੀ ਹੋਵੇ, ਅਸੀਂ ਹਮੇਸ਼ਾ ਅੱਛੇ ਦਿਖ ਸਕੀਏ। I want a good job. I want to do many things. ਮੈਂ ਜੌਬ ਕਰਨਾ ਚਾਹੁੰਦੀ ਹਾਂ, ਹੋਰ ਵੀ ਗੱਲਾਂ, ਅਸੀਂ ਕਿੰਨੀਆਂ ਚਾਹਤਾਂ, ਕਿੰਨੀਆਂ ਜ਼ਰੂਰਤਾਂ ਰੱਖਦੇ ਹਾਂ। there is success for you. ਹਾਂ ਇੱਥੇ ਸਫਲਤਾ ਹੈ ਤੁਹਾਡੇ ਲਈ, ਇਹਨਾਂ ਗੱਲਾਂ ਦੇ ਵਿੱਚ But ਹੈ, success is not free. ਪਰ ਉਹ ਸਫਲਤਾ ਉਹ ਜਿਹੜੀ ਹੈ ਉਹ ਮੁਫਤ ਨਹੀਂ ਹੈ। There is a price to pay for ਇੱਥੇ success. ਕੀਮਤ ਹੈ ਸਫਲਤਾ ਦੀ ਜੋ ਤੁਹਾਨੂੰ ਚੁਕਾਣੀ ਪਵੇਗੀ। Hallelujah! ਹਾਲੇਲੂਇਆ। Here God is not easily giving success to you. ਇੱਥੇ ਸਿੰਪਲੀ ਸਧਾਰਨ ਜਿਹੇ ਤਰੀਕੇ ਨਾਲ ਪਰਮੇਸ਼ਰ ਤੁਹਾਨੂੰ ਸਫਲਤਾ ਨਹੀਂ ਦੇ ਰਿਹਾ। He is keeping some commandments. ਉਹਨੇ ਆਪਣੇ ਕੁਝ ਨਿਯਮ ਰੱਖੇ ਨੇ, ਹੁਕਮ ਰੱਖਿਆ ਹੈ, ਵਿਵਸਥਾ ਦੀ ਪੋਥੀ ਦਿੱਤੀ He ਹੈ। is issuing commandments. ਦੇਖੋ ਉਹ ਕੁਝ ਹੁਕਮਾਂ ਨੂੰ ਜਾਰੀ ਕਰਦਾ ਹੈ ਭਈ। Hallelujah! ਹਾਲੇਲੂਇਆ। It is written into the gospel that you pray and you believe whatever you will ask, you will receive. ਦੇਖੋ ਅੰਜੀਲ ਦੇ ਵਿੱਚ ਲਿਖਿਆ ਜੇਕਰ ਤੁਸੀਂ ਪ੍ਰਾਰਥਨਾ ਕਰੋ, ਵਿਸ਼ਵਾਸ ਕਰੋ ਤਾਂ ਤੁਹਾਨੂੰ ਮਿਲ ਜਾਵੇਗਾ ਜੋ ਤੁਸੀਂ Yes, ਮੰਗਿਆ ਹੈ। yes, you will get everything. Yes, clap, ਹਾਂ clap. ਹਾਂ ਤਾੜੀ ਵਜਾਓ, ਤੁਹਾਨੂੰ ਮਿਲੇਗਾ ਸਭ ਕੁਝ। ਹਾਲੇਲੂਇਆ। But when you will receive, ਪਰ ਕਦੋਂ ਤੁਸੀਂ ਲਵੋਗੇ, ਕਦੋਂ ਮਿਲੇਗਾ? you have to pay price. ਤੁਹਾਨੂੰ ਕੀਮਤ ਚੁਕਾਣੀ ਪਵੇਗੀ You ਕਲੀਸਿਆ। have to pray. ਤੁਹਾਨੂੰ ਪ੍ਰਾਰਥਨਾ ਕਰਨੀ ਪਵੇਗੀ। You have to show faith on Jesus. ਤੁਹਾਨੂੰ ਵੱਡਾ ਵਿਸ਼ਵਾਸ ਵਿਖਾਉਣਾ ਪਵੇਗਾ। You will get whatever you want. ਤੁਸੀਂ ਲੈ ਲਓਗੇ ਜੋ ਵੀ ਤੁਸੀਂ ਚਾਹੁੰਦੇ ਹੋ। Hallelujah! ਹਾਲੇਲੂਇਆ। Hallelujah! ਹਾਲੇਲੂਇਆ। Success is not free. ਸਫਲਤਾ ਮੁਫਤ ਨਹੀਂ ਹੈ। Are you feeling tension? ਤੁਹਾਨੂੰ ਟੈਨਸ਼ਨ ਤਾਂ ਨਹੀਂ ਹੋ ਰਹੀ? Oh, nothing is free. What to do?
ਤੁਸੀਂ ਇਹ ਤਾਂ ਨਹੀਂ ਸੋਚ ਰਹੇ ਹੋ ਕੁਝ ਵੀ ਮੁਫਤ ਨਹੀਂ ਹੈਗਾ, ਇਹ ਤਾਂ ਬੜਾ ਹੀ ਔਖਾ ਕੰਮ। Yes, nothing is difficult. Only we have to obey this holy word. ਕੁਝ ਵੀ ਔਖਾ ਨਹੀਂ ਹੈ, ਬਸ ਇਹ ਪਵਿੱਤਰ ਵਚਨ ਨੂੰ ਮੰਨਣਾ ਹੈ, ਇਹਨਾਂ ਹੁਕਮਾਂ ਤੇ ਚੱਲਣਾ ਹੈ। As you were obeying the worldly things, ਜਿਵੇਂ ਤੁਸੀਂ ਦੁਨੀਆ ਦੀ ਚੀਜ਼ਾਂ ਨੂੰ ਮੰਨ ਰਹੇ ਸੀ, as you were following, as you were obeying the worldly things, ਜਿਵੇਂ ਤੁਸੀਂ ਦੁਨੀਆ ਦੀ ਚੀਜ਼ਾਂ ਨੂੰ ਮੰਨ ਰਹੇ ਸੀ, ਫੋਲੋ ਕਰ ਰਹੇ ਸੀ, ਉਹਨਾਂ ਦਾ ਪਿੱਛਾ and ਕਰ ਰਹੇ day ਸੀ, by day you were just going deep in a sin, ਤੇ ਦਿਨ ਪ੍ਰਤੀ ਦਿਨ ਤੁਸੀਂ ਪਾਪ ਦੀ ਗਹਿਰਾਈ ਵਿੱਚ ਜਾ ਰਹੇ ਸੀ। in same way you have to obey now heavenly things through Bible, ਬਸ ਉਸੇ ਤਰੀਕੇ ਨਾਲ ਹੀ ਤੁਸੀਂ ਹੁਣ ਪਵਿੱਤਰ ਵਚਨ ਦੇ ਵਚਨਾਂ ਨੂੰ ਮੰਨਣਾ ਹੈ, and day by day you will shine in blessings. ਤੇ ਇਸ ਵਚਨ ਦੀ ਆਗਿਆਕਾਰਤਾ ਵਿੱਚ ਰਹਿਣਾ ਹੈ, ਤੇ ਦਿਨ ਪ੍ਰਤੀ ਦਿਨ ਤੁਸੀਂ ਚਮਕਦੇ ਜਾਓਗੇ। Hallelujah. ਹਾਲੇਲੂਇਆ। Going deep in sin is better or shining in blessings is better? You ਦੇਖੋ see. ਪਾਪਾਂ ਦੀ ਗਹਿਰਾਈ ਵਿੱਚ, ਅਣਆਗਿਆਕਾਰਤਾ ਦੀ ਗਹਿਰਾਈ ਵਿੱਚ ਜਾਣਾ ਵਧੀਆ ਹੈ ਕਿ ਦਿਨ ਪ੍ਰਤੀ ਦਿਨ ਇਹ ਤੇ ਧਿਆਨ ਲਾ ਕੇ ਵਚਨ ਨੂੰ ਮੰਨ ਕੇ ਚਾਨਣ 'ਚ ਜਾਣਾ ਵਧੀਆ ਹੈ। Hallelujah. ਹਾਲੇਲੂਇਆ। Hallelujah. ਹਾਲੇਲੂਇਆ। Now we will come to the verse 8. ਆਓ ਅਸੀਂ 8ਵੀਂ ਆਇਤ ਨੂੰ ਪੜਾਂਗੇ ਹੁਣ। Keep this book of law always on your lips. What a beautiful lie. ਇਹ ਵਿਵਸਥਾ ਦੀ ਪੋਥੀ ਤੇਰੇ ਬੁੱਲਾਂ ਤੋਂ ਕਦੇ ਅੱਡ ਨਾ ਹੋਵੇ। Hallelujah. ਹਾਲੇਲੂਇਆ। But there are lot of things on our lips. ਪਰ ਸਾਡੇ ਬੁੱਲਾਂ ਤੇ ਤਾਂ ਬਹੁਤ ਗੱਲਾਂ ਰਹਿੰਦੀਆਂ ਨੇ। Lot of worry matters is going on. Oh, how this will happen? What is happening? What I will do? I am dying. Feeling bored. Homesickness. Whatever. ਦੇਖੋ ਕਿੰਨੀਆਂ ਚਿੰਤਾਵਾਂ ਸਾਡੇ ਚਿਹਰੇ ਤੇ ਸਾਡੇ ਬੁੱਲਾਂ ਤੇ ਰਹਿੰਦੀਆਂ ਨੇ। ਅਸੀਂ ਬੋਲਦੇ ਰਹਿੰਦੇ ਆ, ਮੈਨੂੰ ਇਹ ਗੱਲ ਦੀ ਚਿੰਤਾ, ਮੈਨੂੰ ਉਹ ਚਾਹੀਦਾ, ਉਧਰ ਇਹ ਹੋ ਗਿਆ, ਮੈਨੂੰ ਤਾਂ ਆ ਚਾਹੀਦਾ ਹੈ। Oh, that boy is not good. That girl is not good. That family is very bad. ਅਸੀਂ ਕਿਵੇਂ ਨਕਾਰਾਤਮਕ ਗੱਲਾਂ ਨੂੰ ਬੋਲਦੇ ਆ, ਬੁਰਾਈ ਕਰਦੇ ਆ, ਮੈਨੂੰ ਤਾਂ ਉਹ ਨਹੀਂ ਪਸੰਦ, ਮੈਨੂੰ ਤਾਂ ਮੁੰਡਾ ਨਹੀਂ ਪਸੰਦ, ਮੈਨੂੰ ਤਾਂ ਕੁੜੀ ਨਹੀਂ ਪਸੰਦ, ਆ ਪਰਿਵਾਰ ਨਹੀਂ ਪਸੰਦ, ਆ ਰਿਸ਼ਤੇਦਾਰ ਨਹੀਂ ਪਸੰਦ। Feeling lot of nonsense and negative things through the lips. ਦੇਖੋ ਕਿੰਨੀਆਂ ਨਕਾਰਾਤਮਕ ਚੀਜ਼ਾਂ, ਕਿੰਨੀਆਂ ਆਪਾਂ ਜਿਹੜੀਆਂ ਨਾ ਬੋਲਣ ਵਾਲੀ ਚੀਜ਼ਾਂ ਨੂੰ ਬੋਲਦੇ ਆ ਆਪਣੇ ਬੁੱਲਾਂ ਨਾਲ। And sometime mothers in very funny way they just speak to their children very bad words, abusing words. ਦੇਖੋ ਕਈ ਵਾਰ ਮਾਵਾਂ ਦੇਖੀਆਂ ਮੈਂ ਖਿੱਚ ਚਿੜ ਕੇ ਆਪਣੇ ਬੱਚਿਆਂ ਨੂੰ ਬੜੇ ਗਲਤ ਸ਼ਬਦਾਂ ਨਾਲ ਬੁਲਾਉਂਦੀਆਂ ਨੇ। And there are husbands when they are frustration or they are in angry mood they speak lot of nonsense to their wives and children. ਦੇਖੋ ਕਈ ਪਤੀਆਂ ਨੂੰ ਅਸੀਂ ਦੇਖਦੇ ਆ, ਉਹ ਵੀ ਜਦੋਂ ਚਿੜਦੇ ਖਿੱਚਦੇ ਆ ਤਾਂ ਆਪਣੇ ਬੱਚਿਆਂ ਨੂੰ, ਆਪਣੀ ਪਤਨੀ ਨੂੰ ਗਲਤ ਗੱਲਾਂ ਕਹਿ ਕੇ ਬੁਲਾਉਂਦੇ ਨੇ। Hallelujah. What I am teaching here. ਦੇਖੋ ਮੈਂ ਇੱਥੇ ਕੀ ਸਿਖਾਉਣਾ ਚਾਹ ਰਹੀ ਹਾਂ Keep this ਤੁਹਾਨੂੰ। book of law always on your lips. ਦੇਖੋ ਇਹ ਵਿਵਸਥਾ ਦੀ ਪੋਥੀ ਵਚਨ 'ਚ ਲਿਖਿਆ ਤੇਰੇ ਮੂੰਹ ਤੋਂ ਕਦੇ ਵੱਖਰੀ ਨਾ ਹੋਵੇ, ਤੇਰੇ ਬੁੱਲਾਂ ਤੇ ਰਵੇ। Who is saying this line? ਇਹ ਵਚਨ ਕੌਣ ਬੋਲ ਰਿਹਾ ਹੈ? Yahweh. ਯਹੋਵਾ The ਪਰਮੇਸ਼ਵਰ। Lord Yahweh. ਉਹ ਯਹੋਵਾ ਪਰਮੇਸ਼ਵਰ। He is checking your lips also. ਦੇਖੋ ਉਹ ਤੁਹਾਡੇ ਬੁੱਲਾਂ ਨੂੰ ਵੀ ਚੈੱਕ ਕਰ ਰਿਹਾ ਹੈ। That's why it is written into the Bible, oh Lord, please send your angel on my lips to take care of my lips. ਦੇਖੋ ਇਹ ਵਚਨ ਵਿੱਚ ਲਿਖਿਆ ਹੈ, ਇੱਥੇ ਕੋਈ ਪੁਕਾਰ ਕੇ ਕਹਿ ਰਿਹਾ ਕਿ ਪਰਮੇਸ਼ਵਰ ਤੇਰੇ ਦੂਤ ਨੂੰ ਘੱਲ ਕੇ ਉਹ ਮੇਰੇ ਬੁੱਲਾਂ ਦੀ ਰਾਖੀ ਕਰੇ, ਮੇਰੇ ਮੂੰਹ ਦੀ ਰਾਖੀ ਕਰੇ। Hallelujah. ਹਾਲੇਲੂਇਆ। Hallelujah. Yahweh is looking at your lips also, what you are speaking. ਯਹੋਵਾ ਪਰਮੇਸ਼ਰ ਤੁਹਾਡੇ ਬੁੱਲਾਂ ਨੂੰ ਵੀ ਵੇਖਦੇ ਨੇ ਕਿ ਤੁਸੀਂ ਕੀ ਬੋਲਦੇ ਰਹਿੰਦੇ ਹੋ, And what you are eating. ਤੇ ਤੁਸੀਂ ਕੀ ਖਾਂਦੇ ਹੋ, And what you are drinking. ਤੇ ਤੁਸੀਂ ਕੀ ਪੀਂਦੇ ਹੋ। Everything comes out of the lips and we take inside our body also by lips. ਬੁੱਲਾਂ ਰਾਹੀਂ ਆਪਾਂ ਜੋ ਵੀ ਖਾਂਦੇ ਹਾਂ ਆਪਣੇ ਅੰਦਰ ਜਾਂਦਾ, ਬੁੱਲਾਂ ਰਾਹੀਂ ਜੋ ਆਪਣੇ ਅੰਦਰ ਆ ਉਹ ਬਾਹਰ ਆਉਂਦਾ। First we open our mouth with the lips. ਦੇਖੋ ਪਹਿਲਾਂ ਅਸੀਂ ਮੂੰਹ ਨਾਲ ਬੋਲਦੇ ਆ ਨਾ, ਆਵਾਜ਼ ਬੁੱਲਾਂ ਚੋਂ ਆ ਰਹੀ ਹੈ, After then teeth comes. ਫੇਰ ਹੀ ਦੰਦ ਆਉਂਦੇ ਨੇ ਉਸ ਤੋਂ ਬਾਅਦ। Whatever drink, drugs or whatever bad things, whatever you are eating, Yahweh is looking at your lips. ਦੇਖੋ ਜੋ ਵੀ ਤੁਸੀਂ ਗੰਦਾ ਖਾ ਰਹੇ ਹੋ, ਨਸ਼ੇ ਵਾਲੀ ਚੀਜ਼ਾਂ ਦਾ ਪ੍ਰਯੋਗ ਕਰ ਰਹੇ ਹੋ, ਉਹ ਸਾਰੀਆਂ ਚੀਜ਼ਾਂ ਨੂੰ ਪ੍ਰਭੂ ਪਰਮੇਸ਼ਰ ਦੇਖ ਰਿਹਾ ਕਿ ਤੁਸੀਂ ਕੀ ਕਰ ਰਹੇ ਹੋ, ਆਪਣੇ ਮੂੰਹ ਦਾ ਵਰਤੋਂ ਕਿੱਥੇ ਲਾ ਰਹੇ ਹੋ। Whatever you are speaking, negative words, abusing words, God is looking. ਜੇਕਰ ਤੁਸੀਂ ਨਕਾਰਾਤਮਕ ਸ਼ਬਦਾਂ ਦਾ ਪ੍ਰਯੋਗ ਕਰ ਰਹੇ ਹੋ, ਉਹਨਾਂ ਨੂੰ ਬੋਲ ਰਹੇ ਹੋ, ਨਕਾਰਾਤਮਕ ਗੱਲਾਂ ਬੋਲਦੇ ਹੋ, ਉਹ ਵੀ ਯਹੋਵਾ ਪਰਮੇਸ਼ਰ ਵੇਖ ਰਿਹਾ ਹੈ। And what he is teaching here. ਦੇਖੋ ਤੁਹਾਨੂੰ ਕੀ ਸਿਖਾਉਣਾ ਚਾਹੁੰਦਾ ਹੈ। Keep this book of law always on your lips. Always means always, 24 hours. ਇਹ ਪਵਿੱਤਰ ਵਚਨ, ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੇ ਰਵੇ, ਤੇਰੇ ਬੁੱਲਾਂ ਤੋਂ ਵੱਖਰੀ ਨਾ ਹੋਵੇ। Hallelujah. ਹਾਲੇਲੂਇਆ। Hallelujah. ਹਾਲੇਲੂਇਆ। Oh Lord, when people see me, they must see you in me. ਦੇਖੋ ਸਾਨੂੰ ਐਵੇਂ ਦੇ ਹੋਣਾ ਚਾਹੀਦਾ ਕਿ ਪਰਮੇਸ਼ਰ ਜਦੋਂ ਲੋਕ ਮੈਨੂੰ ਵੇਖਣ, ਉਹ ਮੈਨੂੰ ਨਹੀਂ ਸਮੋ ਤੈਨੂੰ ਦੇਖਣ ਮੇਰੇ ਵਿੱਚੋਂ। Hallelujah. ਹਾਲੇਲੂਇਆ। And what is the second point? ਆਓ ਦੂਜੀ ਗੱਲ ਵੇਖਦੇ ਹਾਂ ਅਸੀਂ In verse 8. 8ਵੀਂ ਆਇਤ ਦੇ ਵਿੱਚ। Meditate on it day and night. ਇਹ ਪਰਮੇਸ਼ਰ ਦੇ ਵਚਨ ਤੇ ਧਿਆਨ ਕਰ, ਦਿਨ ਰਾਤ ਇਸ ਵਚਨ ਤੇ ਧਿਆਨ ਦੇ। Hallelujah. ਹਾਲੇਲੂਇਆ।
Meditate. ਧਿਆਨ ਦੇਣਾ ਹੈ। Meditation is very important. ਧਿਆਨ ਕਰਨਾ ਬਹੁਤ ਜ਼ਰੂਰੀ ਹੈ, ਧਿਆਨ ਲਗਾਉਣਾ ਬਹੁਤ ਜ਼ਰੂਰੀ ਹੈ ਵਚਨ ਤੇ। Every day sit in your room silently. ਹਰ ਰੋਜ਼ ਆਪਣੇ ਵਚਨ 'ਚ ਆਪਣੇ ਰੂਮ 'ਚ ਬੈਠ ਕੇ ਸ਼ਾਂਤੀ ਨਾਲ ਵਚਨ ਤੇ ਧਿਆਨ ਲਾਈਏ। Close your eyes. ਆਪਣੀ ਅੱਖਾਂ ਨੂੰ ਬੰਦ ਕਰਕੇ and just think what commandments I am following, what I am not following. ਸ਼ਾਂਤੀ ਨਾਲ ਆਪਣੇ ਕਮਰੇ 'ਚ ਬੈਠ ਕੇ ਅੱਖਾਂ ਬੰਦ ਕਰਕੇ ਸੋਚੀਏ ਕਿ ਮੈਂ ਕਿਹੜੇ ਹੁਕਮਾਂ ਦੀ ਪਾਲਣਾ ਕਰ ਰਿਹਾ, ਕਿਹੜੇ ਹੁਕਮ ਮੈਂ ਪਰਮੇਸ਼ਰ ਦੇ ਨਹੀਂ ਮੰਨ ਰਿਹਾ, and what blessing I need, what success I need, and why I am not getting that. ਤੇ ਮੈਨੂੰ ਕਿਹੜੀਆਂ ਬਰਕਤਾਂ ਦੀ ਜ਼ਰੂਰਤ ਹੈ, ਕਿਹੜੀ ਸਫਲਤਾ ਦੀ ਜ਼ਰੂਰਤ ਹੈ ਤੇ ਹੁਣ ਤੱਕ ਮੈਂ ਕਿਉਂ ਨਹੀਂ ਪਾ ਰਿਹਾ ਉਹ ਚੀਜ਼ਾਂ ਨੂੰ। Meditate day and night. ਧਿਆਨ ਕਰੀਏ ਇਹਨਾਂ ਦਾ, ਦਿਨ ਰਾਤ ਧਿਆਨ ਲਗਾਈਏ ਇਹਨਾਂ ਗੱਲਾਂ ਤੇ। ਤੇ। If you want to learn how to meditate, read Psalm 119. ਦੇਖੋ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਧਿਆਨ ਕਿਵੇਂ ਲਗਾਉਣਾ ਹੈ, ਜ਼ਬੂਰ 119 ਨੂੰ ਪੜਿਆ ਕਰੀਏ। You read Psalm 119. David is teaching how to meditate on the commandments. ਦੇਖੋ ਜ਼ਬੂਰਾਂ ਦੇ ਪੋਥੀ 119 ਅਧਿਆਇ ਨੂੰ ਪੜੋ ਤਾਂ ਤੁਸੀਂ ਜਾਣੋਗੇ ਕਿ ਦਾਊਦ ਉੱਤੇ ਕਿਵੇਂ ਸਿਖਾ ਰਿਹਾ ਕਿ ਪਰਮੇਸ਼ਰ ਦੇ ਵਚਨ ਤੇ ਕਿਵੇਂ ਧਿਆਨ ਲਾਉਣਾ ਹੈ। Many times King David said that I am enjoying in your teachings. I am keeping your teachings to my heart, or I am hanging it on my neck. ਦੇਖੋ ਉੱਤੇ ਦਾਊਦ ਭਜਨਾਂ ਦੇ ਵਿੱਚ ਕਿੰਨਾ ਕਹਿੰਦਾ, ਉਹ ਪਰਮੇਸ਼ਰ ਮੈਂ ਤੇਰੇ ਵਚਨ ਨੂੰ ਆਪਣੇ ਹਿਰਦੇ 'ਚ ਰੱਖ ਛੱਡਿਆ ਹੈ, ਤੇਰਾ ਵਚਨ ਮੇਰੀ ਮੈਂ ਅੱਖਾਂ 'ਚ ਵਸਾ ਰੱਖਿਆ, ਤੇਰਾ ਵਚਨ ਆਪਣੇ ਅੰਦਰ ਲੈ ਰੱਖਿਆ, ਮੈਂ ਇੰਨਾ ਪ੍ਰੇਮ ਕਰਦਾ ਤੇਰੇ ਵਚਨ ਨਾਲ। Hallelujah. Hallelujah. If you want to become king like David, you have to follow the commandments. ਜੇਕਰ ਤੁਸੀਂ ਰਾਜਾ ਦਾਊਦ ਵਰਗੇ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਊਗੀ। Hallelujah. There is a next point, that careful in your all doings. ਦੇਖੋ ਅਗਲੀ ਗੱਲ ਨੂੰ ਵੇਖਦੇ ਹਾਂ ਆਪਾਂ। Whatever you do, be careful in that. ਜੋ ਕੁਝ ਵੀ ਤੂੰ ਕਰੇ ਧਿਆਨ ਰੱਖੇ ਤੂੰ ਕੀ ਕਰਦਾ ਹੈ। Hallelujah. Hallelujah. Because always remember that I have to fulfill commandment. I have to work according to that. ਤੁਸੀਂ ਜੋ ਵੀ ਕੰਮ ਕਰੋ ਤੁਸੀਂ ਗੱਲ ਨੂੰ ਯਾਦ ਰੱਖਣਾ ਹੈ ਕਿ ਮੈਂ ਤਾਂ ਪਰਮੇਸ਼ਰ ਦੇ ਹੁਕਮਾਂ ਨੂੰ ਪੂਰਾ ਕਰਨਾ ਹੈ, ਮੈਂ ਪਰਮੇਸ਼ਰ ਦੀ ਆਗਿਆਕਾਰੀ ਵਿੱਚ ਰਹਿਣਾ ਹੈ। Then the last point. ਇੱਕ ਲਾਸਟ ਗੱਲ ਹੈ। Then what will happen in your life? ਫਿਰ ਕੀ ਹੋਵੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ? If you will become strong in obedience. ਜੇਕਰ ਤੁਸੀਂ ਆਗਿਆ ਮੰਨਣ ਵਿੱਚ ਐ ਮਜ਼ਬੂਤ ਹੋ ਗਏ ਜਮਾ, then what will happen? ਕੀ ਹੋਵੇਗਾ ਤੁਹਾਡੀ ਜ਼ਿੰਦਗੀਆਂ 'ਚ? Success and prosperity will be yours. ਸਫਲਤਾ ਤੇ ਉન્નਤੀ ਤਰੱਕੀ ਤੁਹਾਡੀ ਹੀ ਹੋਵੇਗੀ ਕਲੀਸਿਆ। Hallelujah. 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 All success, ਸਾਰੀ ਸਫਲਤਾ, all big bundle of cash, ਔਰ ਬਹੁਤ ਸਾਰੇ ਪੈਸੇ, ਧਨ, good health and wealth, ਚੰਗੀ ਸਿਹਤ, ਚੰਗੀ ਸੰਪत्ति, joy anointing, ਪੂਰਾ ਆਨੰਦ ਦਾ ਅਭਿਸ਼ੇਕ ਵੀ, everything will be yours. ਸਭ ਕੁਝ ਤੁਹਾਡਾ ਹੋਵੇਗਾ If you show obedience. ਜੇਕਰ ਤੁਸੀਂ ਆਗਿਆਕਾਰਤਾ ਪਰਮੇਸ਼ਰ ਨੂੰ ਦਿਖਾਓ ਤਾਂ। Hallelujah. 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 Are you tired by sitting? ਕੀ ਤੁਸੀਂ ਥੱਕ ਗਏ ਖੜੇ ਬੈਠੇ? Are you getting my point? ਕੀ ਤੁਸੀਂ ਸਮਝ ਪਾ ਰਹੇ ਹੋ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ ਅੱਜ? Are you getting that there is a power in our obedience? ਕੀ ਤੁਸੀਂ ਸਮਝ ਰਹੇ ਹੋ ਕਿ ਜਦੋਂ ਤੁਸੀਂ ਆਗਿਆ ਦਾ ਪਾਲਣ ਕਰਦੇ ਹੋ ਉੱਥੇ ਇੱਕ ਸ਼ਕਤੀ ਕੰਮ ਕਰਦੀ ਹੈ, ਸਾਮਰਥ ਆਉਂਦੀ ਹੈ। Hallelujah. Hallelujah. Yahweh, remember, by seeing your obedience, I have to give success here. ਦੇਖੋ ਯਹੋਵਾ ਪਰਮੇਸ਼ਰ ਤੁਹਾਨੂੰ ਯਾਦ ਕਰੇਗਾ, ਵੇਖੇਗਾ ਇਹ ਬੇਟਾ ਇਹ ਬੇਟੀ ਮੇਰੀ ਆਗਿਆ ਦਾ ਪਾਲਣ ਕਰ ਰਹੀ ਹੈ, ਮੈਂ ਇਹਨੂੰ ਲਾਜ਼ਮੀ ਬਰਕਤ ਦੇਣੀ ਹੈ। Hallelujah. Hallelujah. Success is not free. ਸਫਲਤਾ ਮੁਫਤ ਨਹੀਂ ਹੈ। Hallelujah. Hallelujah. Let me tell you what my Lord, my Savior Jesus is saying about obedience. ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਮੇਰਾ ਮੁਕਤੀਦਾਤਾ ਪਰਮੇਸ਼ਰ ਯਿਸੂ ਕੀ ਕਹਿੰਦਾ ਹੈ। In Gospel of John chapter 14 verse 23, ਯੂਹੰਨਾ ਦੀ ਅੰਜੀਲ 14 ਅਧਿਆਇ 23 ਆਇਤ, anyone who loves me ਜੋ ਕੋਈ ਮੈਨੂੰ ਪਿਆਰ ਕਰਦਾ ਏ will obey my teaching. ਉਹ ਮੇਰੇ ਹੁਕਮਾਂ ਦੀ ਪਾਲਣਾ ਵੀ ਕਰੇਗਾ ਫਿਰ। Hallelujah. 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 Every day you say, Lord, I love you. Jesus, I love you. Jesus, I love you. It's not sufficient. It will not work at all. ਹਰ ਰੋਜ਼ ਅਸੀਂ ਕਹਿੰਦੇ I love you Jesus, ਮੈਂ ਤੈਨੂੰ ਪਿਆਰ ਕਰਦਾ ਪ੍ਰਭੂ, ਮੈਂ ਤੈਨੂੰ ਪਿਆਰ ਕਰਦੀ ਹਾਂ, ਇਹੀ ਕਾਫੀ ਨਹੀਂ ਹੈ। No, it is not at all sufficient. ਇਹ ਬਿਲਕੁਲ ਹੀ ਕੁਝ ਨਹੀਂ ਹੈ, ਤੁਸੀਂ ਸਿਰਫ ਬੁੱਲਾਂ ਨਾਲ ਹੀ ਬੋਲ ਰਹੇ ਹੋ ਮੈਂ ਤੈਨੂੰ ਪਿਆਰ ਕਰਦਾ ਪ੍ਰਭੂ, ਪਿਆਰ ਕਰਦੀ ਹਾਂ। If you love Jesus, ਜੇਕਰ ਤੁਸੀਂ ਪਰਮੇਸ਼ਰ ਨਾਲ ਪਿਆਰ ਕਰਦੇ ਹੋ, you will not turn right or left, you will follow his teaching. ਤੁਸੀਂ ਫਿਰ ਸੱਜੇ ਖੱਬੇ ਨਹੀਂ ਮੁੜੋਗੇ, ਹੋਰ ਧਿਆਨ ਨਹੀਂ ਮਾਰੋਗੇ ਇੱਧਰ ਉੱਧਰ, ਤੁਸੀਂ ਸਿੱਧਾ ਉਹਦੇ ਹੁਕਮਾਂ ਤੇ ਚੱਲੇ ਜਾਓਗੇ ਫਿਰ। Hallelujah. Hallelujah. You have decided to follow Jesus, isn't it? ਦੇਖੋ ਤੁਸੀਂ ਫੈਸਲਾ ਲਿਆ ਹੈ ਕਿ ਮੈਂ ਯਿਸੂ ਨੂੰ ਫੋਲੋ ਕਰਨਾ ਹੈ, ਯਿਸੂ ਦੀ ਗੱਲ ਮੰਨਣੀ ਹੈ, Then just follow him. ਫਿਰ ਉਹਦਾ ਪਿੱਛਾ ਕਰੋ, ਉਹਨੂੰ ਫੋਲੋ ਕਰੋ, ਉਹਦੀ ਗੱਲ ਮੰਨੋ। What this world is doing, we don't care.
ਇਹ ਦੁਨੀਆ ਕੀ ਕਰ ਰਹੀ ਹੈ, ਕੀ ਬਣਾ ਰਹੀ ਹੈ, ਬਿਲਕੁਲ ਧਿਆਨ ਨਹੀਂ ਦੇਣਾ। I will follow Jesus. ਮੈਂ ਪਰਮੇਸ਼ਰ ਦੀ, ਮੈਂ ਪਰਮੇਸ਼ਰ ਨੂੰ ਮੰਨਾਂਗੀ, ਪਰਮੇਸ਼ਰ ਦੇ ਪਿੱਛੇ ਚੱਲਾਂਗੀ। There is a song. ਇੱਥੇ ਇੱਕ ਭਜਨ ਹੈ ਬਹੁਤ ਵਧੀਆ। I have decided to follow Jesus. यीशु के पीछे मैं चलने लगा, यीशु के पीछे मैं चलने लगा, ना लौटूंगा, ना लौटूंगा। सभी मिलके गाएंगे, ना लौटूंगा, ना लौटूंगा, यीशु के पीछे मैं चलने लगा, यीशु के पीछे मैं चलने लगा, यीशु के पीछे मैं चलने लगा, ना लौटूंगा, ना लौटूंगा, ना लौटूंगा, ना लौटूंगा। संसार को छोड़कर, सलीब को लेकर, संसार को छोड़कर, सलीब को लेकर, संसार को छोड़कर, सलीब को लेकर, ना लौटूंगा, ना लौटूंगा, ना लौटूंगा, ना लौटूंगा। What a beautiful song. ਕਿੰਨਾ ਸੁੰਦਰ ਭਜਨ ਗਾ ਰਹੇ ਸੀ ਆਪਾਂ। Hallelujah. ਆਮੇਨ। When we were kids, ਜਦੋਂ ਅਸੀਂ ਛੋਟੇ ਹੁੰਦੇ ਸੀ, our pastor taught us this song. ਸਾਡੇ ਪਾਸਟਰ ਜੀ ਨੇ ਸਾਨੂੰ ਇਹ Song ਸਿਖਾਇਆ ਸੀ। And this is a very serious meaning is here. ਮੀਨਿੰਗ ਇਹਦਾ ਮਤਲਬ ਬੜਾ ਹੀ ਗਹਿਰਾ ਹੈ। If once you followed, then don't look back. ਇੱਕ ਵਾਰ ਤੁਸੀਂ ਪਰਮੇਸ਼ਰ ਨੂੰ ਮੰਨ ਲਿਆ, ਮੁਕਤੀਦਾਤਾ ਸਵੀਕਾਰ ਕੀਤਾ, ਉਸ ਗੱਲ ਤੋਂ ਤੁਸੀਂ ਪਿੱਛੇ ਨਹੀਂ ਮੁੜ ਸਕਦੇ, ਤੁਸੀਂ ਪਰਮੇਸ਼ਰ ਦੇ ਪਿੱਛੇ ਚੱਲਣਾ ਹੈ। Once Jesus brought you out of Egypt, don't dare to look back, to go back to Egypt. ਜਦੋਂ ਪਰਮੇਸ਼ਰ ਇੱਕ ਵਾਰ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ, ਤੁਹਾਡੀ ਪੁਰਾਣੀ ਜ਼ਿੰਦਗੀ ਪਾਪਾਂ ਚੋਂ ਕੱਢ ਲਿਆਇਆ, ਤੁਸੀਂ ਵਾਪਸ ਉੱਥੇ ਨਹੀਂ ਜਾ ਸਕਦੇ। Hallelujah. ਹਾਲੇਲੂਇਆ। Do you know that what happened with the wife, with the Lot's wife? ਦੇਖੋ ਲੂਤ ਦੀ ਪਤਨੀ ਨਾਲ ਐਵੇਂ ਹੋਇਆ। Lot's wife, while God sent them that I am going to destroy this Sodom and Gomorrah, the city I'm going to destroy, you run from here and don't look back. ਦੇਖੋ ਯਹੋਵਾ ਪਰਮੇਸ਼ਰ ਦੀ ਆਵਾਜ਼ ਆਈ ਸੀ ਕਿ ਮੈਂ ਸਦੋਮ ਤੇ ਗਮੋਰਾ ਨੂੰ ਅਗਨੀ ਦੇ ਨਾਲ ਨਾਸ਼ ਕਰੂੰਗਾ, ਨਾਸ਼ ਕਰ ਦੂੰਗਾ ਇਹ ਜਗ੍ਹਾ ਨੂੰ, ਤੇ ਤੁਸੀਂ ਪਿੱਛੇ ਮੁੜ ਕੇ ਨਾ ਵੇਖਿਓ। Lord was having some compassion for them. That's why Lord was telling you just run from here. I'm going to destroy this city. ਯਹੋਵਾ ਪਰਮੇਸ਼ਰ ਦੇ ਮਨ 'ਚ ਦਇਆ ਸੀ ਉਹਨਾਂ ਵਾਸਤੇ, ਇਸ ਕਰਕੇ ਉਹ ਪਹਿਲਾਂ ਹੀ ਉਹਨਾਂ ਨੂੰ ਚਿਤਾ ਰਿਹਾ ਸੀ। But what happened? ਪਰ ਕੀ ਹੋਇਆ ਉੱਥੇ? That Lot's wife was very weak ਤੇ ਲੂਤ ਦੀ ਪਤਨੀ ਸੀ, ਉਹ ਬੜੀ ਕਮਜ਼ੋਰ ਸੀ। in obedience area. ਉਹ ਆਗਿਆ ਮੰਨਣ ਵਿੱਚ ਬੜੀ ਕਮਜ਼ੋਰ ਸੀ। She didn't obey. ਉਹਨੇ ਇਹ ਗੱਲ ਨਹੀਂ ਮੰਨੀ। Her husband and daughters, they just run. ਦੇਖੋ ਲੂਤ ਤੇ ਲੂਤ ਦੀ ਬੇਟੀਆਂ ਭੱਜ ਗਈਆਂ ਜਦੋਂ ਇਹ ਉਹਨਾਂ ਨੂੰ ਮਿਲਿਆ, ਇਹ ਯਹੋਵਾ ਪਰਮੇਸ਼ਰ ਤੋਂ ਪਤਾ ਚੱਲਿਆ ਕਿ ਇਹ ਦੇਸ਼ ਨਾਸ਼ ਹੋਣ ਵਾਲੇ ਨੇ। But when the fire was coming from the heaven on that city, ਦੇਖੋ ਜਦੋਂ ਸਵਰਗ ਤੋਂ ਅੱਗ ਆ ਰਹੀ ਸੀ ਉਹਨਾਂ ਦੇਸ਼ਾਂ ਦੇ ਉੱਪਰ, and the people were dying and burning, everything was just perishing. ਔਰ ਲੋਕ ਉਹ ਅੱਗ ਨਾਲ ਮਰ ਰਹੇ ਸੀ, ਜਲ ਰਹੇ ਸੀ, ਖਤਮ ਹੋ ਰਿਹਾ ਸੀ The ਸਭ ਕੁਝ। anger of God was coming on that city. ਜਿਹੜਾ ਯਹੋਵਾ ਪਰਮੇਸ਼ਰ ਦਾ ਗੁੱਸਾ ਸੀ ਉਹ ਉਹਨਾਂ ਦੇਸ਼ਾਂ ਤੇ ਆ ਰਿਹਾ ਸੀ। What was Lot's wife was doing? ਦੇਖੋ ਲੂਤ ਦੀ ਪਤਨੀ ਇੱਥੇ ਕੀ ਕਰ ਰਹੀ ਸੀ? She was running. ਉਹ ਦੌੜ ਰਹੀ ਸੀ, ਦੌੜਦੀ ਜਾ ਰਹੀ ਸੀ। First she decided to just follow. Okay, I will run. ਪਹਿਲਾਂ ਉਹਨੇ ਡਿਸਾਈਡ ਕੀਤਾ ਕਿ ਠੀਕ ਹੈ ਹੁਣ ਮੈਂ ਪਿੱਛੇ ਮੁੜ ਕੇ ਨਹੀਂ ਦੇਖਣਾ, ਪਿੱਛੇ ਸਭ ਕੁਝ ਤਹਿਸ ਨਹਿਸ ਹੋ ਰਿਹਾ ਔਰ ਅੱਗੇ ਅੱਗੇ ਮੈਂ ਦੌੜੂੰਗੀ, ਅੱਗੇ ਨੂੰ ਦੌੜੂੰਗੀ ਬਸ। But there was something in her heart. Oh, my house is there. Oh, my peoples are there. My friends are there. ਦੇਖੋ ਕੁਝ ਤਾਂ ਉਹਦੇ ਮਨ 'ਚ ਆ ਗਿਆ, ਉਹਨੇ ਸੋਚਿਆ ਕਿ ਉਹ ਮੇਰਾ ਤਾਂ ਇੰਨਾ ਸੋਹਣਾ ਘਰ ਪਿੱਛੇ ਆ, ਮੇਰੇ ਤਾਂ ਲੋਕ ਪਿੱਛੇ ਆ, ਮੇਰੇ ਤਾਂ ਘਰ ਦੇ ਪਿੱਛੇ ਨੇ। As soon as she turned back, ਜਿੰਨੀ ਜਲਦੀ ਉਹਨੇ ਪਿੱਛੇ ਮੁੜ ਕੇ ਦੇਖਿਆ ਉਸ ਘੜੀ, the anger of God came on her. ਔਰ ਯਹੋਵਾ ਪਰਮੇਸ਼ਰ ਦਾ ਕ੍ਰੋਧ ਉਸੇ ਵੇਲੇ ਉਹ ਤੇ ਵੀ ਆ ਗਿਆ। She became a pillar of salt. ਦੇਖੋ ਉਹ ਨਮਕ ਦਾ ਖੰਭਾ ਬਣ ਗਈ। Hallelujah. ਹਾਲੇਲੂਇਆ। Do you want that such kind of anger of God should come to your life? ਕੀ ਤੁਸੀਂ ਚਾਹੁੰਦੇ ਹੋ ਕਿ ਐਦਾਂ ਦਾ ਕ੍ਰੋਧ ਪਰਮੇਸ਼ਰ ਦਾ ਤੁਹਾਡੇ ਉੱਤੇ ਵੀ ਆਵੇ? You decided to follow Jesus, never look back. ਜੇ ਤੁਸੀਂ ਇਹ ਫੈਸਲਾ ਲੈਤਾ ਹੈ ਕਿ ਮੈਂ ਪਰਮੇਸ਼ਵਰ ਦੀ ਮੰਨਾਂਗਾ, ਉਹਦੇ ਪਿੱਛੇ ਚੱਲਾਂਗਾ, ਫਿਰ ਤੁਸੀਂ ਪਿੱਛੇ ਨਹੀਂ ਮੁੜਨਾ।
Hallelujah. ਹਾਲੇਲੂਇਆ If you love Jesus, ਜੇਕਰ ਤੁਸੀਂ ਪਰਮੇਸ਼ਰ ਨੂੰ ਪਿਆਰ ਕਰਦੇ ਹੋ he said, if you are loving me, you will obey my teachings. ਦੇਖੋ ਪਰਮੇਸ਼ਰ ਦਾ ਵਚਨ ਹੈ ਕਹਿੰਦਾ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ In the Gospel of John, chapter 15, verse 14, ਦੇਖੋ ਯੋਹੰਨਾ ਦੀ ਅੰਜੀਲ 15 ਅਧਿਆਇ ਦੀ 14 ਆਇਤ ਵਿੱਚ ਲਿਖਿਆ ਹੈ what my Jesus is saying, ਦੇਖੋ ਮੇਰਾ ਯੀਸ਼ੂ ਕੀ ਕਹਿ ਰਿਹਾ ਹੈ ਇੱਥੇ? you are my friend if you are obeying my command. ਤੁਸੀਂ ਮੇਰੇ ਮਿੱਤਰ ਹੋ ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰਦੇ Yes, ਹੋ if you are following my commandments, then only you are my friend. ਦੇਖੋ ਯੀਸ਼ੂ ਮਸੀਹ ਇੱਥੇ ਕਹਿ ਰਹੇ ਨੇ ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰਦੇ ਹੋ ਮੇਰੇ ਨਿਯਮਾਂ ਨੂੰ ਮੰਨਦੇ ਹੋ ਫੇਰ ਹੀ ਤੁਸੀਂ ਮੇਰੇ ਦੋਸਤ ਹੋ Hallelujah. ਹਾਲੇਲੂਇਆ Are you the friend of Jesus Christ? ਕੀ ਤੁਸੀਂ ਪਰਮੇਸ਼ਰ ਦੇ ਮਿੱਤਰ ਹੋ Are you? ਯੀਸ਼ੂ ਦੇ ਮਿੱਤਰ ਹੋ ਕੀ ਤੁਸੀਂ ਹੋ Then why you are doing worldly things? ਫਿਰ ਤੁਸੀਂ ਦੁਨਿਆਵੀ ਚੀਜ਼ਾਂ ਨੂੰ ਕਿਉਂ ਕਰਦੇ ਹੋ Only air is coming, not whistle. ਸਿਰਫ ਹਵਾ ਹੀ ਆ ਰਹੀ ਹੈ ਸੀਟੀਆਂ ਨਹੀਂ ਆ ਰਹੀਆਂ Tired listening. ਥੱਕ ਗਏ ਸੁਣਦੇ ਸੁਣਦੇ Hallelujah. Hallelujah. ਹਾਲੇਲੂਇਆ Wake up, wake up. ਜਾਗੋ When Peter started to walk on the water by seeing Jesus, what happened? ਦੇਖੋ ਜਦੋਂ ਪਤਰਸ ਪਾਣੀ ਤੇ ਤੁਰ ਰਿਹਾ ਸੀਗਾ ਯੀਸ਼ੂ ਮਸੀਹ ਨੂੰ ਵੇਖਦੇ ਹੋ ਉਦੋਂ ਕੀ ਹੋਇਆ Peter was just looking at Jesus and walking on the water. ਦੇਖੋ ਪਤਰਸ ਯੀਸ਼ੂ ਵੱਲ ਵੇਖ ਕੇ ਹੀ ਪਾਣੀ ਤੇ ਤੁਰ ਰਿਹਾ ਸੀ Hallelujah. If you want to Hallelujah. walk on your troubles, on your situations, on your addictions, if you want to walk on your troubles by keeping your food, you have to just look to the Jesus. We'll just obey the commandments. Amen. ਜੇਕਰ ਤੁਸੀਂ ਆਪਣੇ ਹਾਲਾਤਾਂ ਤੇ ਬਿਮਾਰੀ ਦੇ ਹਾਲਾਤਾਂ ਤੇ ਕਰਜ਼ੇ ਘਾਟਿਆਂ ਦੇ ਹਾਲਾਤਾਂ ਦੇ ਉੱਪਰ ਪੈਰ ਰੱਖ ਕੇ ਤੁਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਯੀਸ਼ੂ ਵੱਲ ਹੀ ਵੇਖਣਾ ਪਊਗਾ Hallelujah. ਹਾਲੇਲੂਇਆ As soon as Peter moved his eyes to right or left, ਜਿਵੇਂ ਹੀ ਪਤਰਸ ਨੇ ਆਪਣੀ ਅੱਖਾਂ ਇੱਧਰ ਉੱਧਰ ਦੇਖਣੀਆਂ ਸ਼ੁਰੂ ਕੀਤੀਆਂ ਇੱਧਰ ਉੱਧਰ ਨਜ਼ਰ ਮਾਰੀ ਵੀ ਕੀ ਹੋ ਰਿਹਾ ਇੱਥੇ what happened? ਕੀ ਹੋਇਆ ਉੱਥੇ He started to sink. ਦੇਖੋ ਉਸੇ ਘੜੀ ਉਹ ਡੁੱਬਣਾ ਸ਼ੁਰੂ ਹੋ ਗਿਆ ਸੀ He started to sink. ਉਹ ਡੁੱਬਣਾ ਸ਼ੁਰੂ ਹੋ ਗਿਆ If you will turn right or left, you will sink in this worldly ocean. ਜੇਕਰ ਤੁਸੀਂ ਐਵੇਂ ਦੁਨੀਆ ਵਿੱਚ ਰਹਿ ਰਹੇ ਹੋ ਇੱਧਰ ਉੱਧਰ ਜੇ ਤੁਸੀਂ ਦੇਖਣਾ ਸ਼ੁਰੂ ਕਰ ਦਿੱਤਾ ਆਪਣੀ ਮਨਮਾਨੀ ਕਰਨੀ ਸ਼ੁਰੂ ਕਰ ਦਿੱਤੀ ਤੁਸੀਂ ਵੀ ਇਹਦੇ ਵਿੱਚ ਗਹਿਰਾਈ ਡੁੱਬਣਾ ਸ਼ੁਰੂ ਹੋ ਜਾਓਗੇ Hallelujah. ਹਾਲੇਲੂਇਆ Hallelujah. Always obey to the Lord. ਹਮੇਸ਼ਾ ਪਰਮੇਸ਼ਰ ਦੀ ਆਗਿਆ ਵਿੱਚ ਰਹੀਏ God is ready to give you success. ਪਰਮੇਸ਼ਰ ਬਿਲਕੁਲ ਤਿਆਰ ਹੈ ਤੁਹਾਨੂੰ ਬਰਕਤਾਂ ਦੇਣ He ਲਈ want to bless you with the heavy material. ਉਹ ਪਰਮੇਸ਼ਰ ਤੁਹਾਨੂੰ ਵੱਡੀਆਂ ਬਰਕਤਾਂ ਦੇਣਾ ਚਾਹੁੰਦਾ ਹੈ He want to fulfill his all promises in your life. ਉਹ ਆਪਣੇ ਸਾਰੇ ਵਾਅਦੇ ਤੁਹਾਡੀ ਜ਼ਿੰਦਗੀ ਵਿੱਚ ਪੂਰਾ ਕਰਨਾ ਚਾਹੁੰਦਾ But ਹੈ his eyes are just looking at you whether they are obedience or not. ਪਰ ਉਹਦੀਆਂ ਅੱਖਾਂ ਤੁਹਾਨੂੰ ਹਰ ਵੇਲੇ ਤੱਕਦੀਆਂ ਨੇ ਕਿ ਮੇਰਾ ਬੇਟਾ ਮੇਰੀ ਬੇਟੀ ਮੇਰੇ ਹੁਕਮਾਂ ਤੇ ਚੱਲ ਰਹੇ ਆ ਮੇਰੇ ਨਾਲ ਸਮਾਂ ਬਿਤਾ ਰਹੇ ਆ ਜਾਂ ਨਹੀਂ ਆਗਿਆ ਦਾ ਪਾਲਣ ਕਰ ਰਹੇ ਆ ਜਾਂ ਨਹੀਂ Hallelujah. ਹਾਲੇਲੂਇਆ How many of you need success in your life? ਦੇਖੋ ਕਿੰਨੇ ਜਣਿਆਂ ਨੂੰ ਸਫਲਤਾ ਦੀ ਲੋੜ ਹੈ ਆਪਣੀ ਜ਼ਿੰਦਗੀ ਵਿੱਚ ਸਫਲ ਹੋਣਾ ਚਾਹੁੰਦੇ ਨੇ ਸਾਰੇ ਹਾਲਾਤਾਂ ਚੋਂ In every area. ਹਰ ਖੇਤਰ ਵਿੱਚ In marriage life, business life or finance life, in every area you want success. ਆਪਣੇ ਸ਼ਾਦੀ ਵਿੱਚ ਆਪਣੇ ਬਿਜ਼ਨਸ ਵਿੱਚ ਆਪਣੇ ਘਰ ਪਰਿਵਾਰ ਵਿੱਚ ਵਾਧੇ ਵਿੱਚ ਜੌਬਾਂ ਵਿੱਚ ਕਿਹੜਾ ਸਫਲ ਹੋਣਾ ਚਾਹੁੰਦਾ ਹੈ Then say to the Holy Spirit, ਆਓ ਪਵਿੱਤਰ ਆਤਮਾ ਨੂੰ ਕਹੀਏ ਅਸੀਂ ਅੱਜ Holy Spirit, ਪਵਿੱਤਰ ਆਤਮਾ ਜੀ please help me. ਸਾਡੀ ਮਦਦ ਕਰੋ I want to be obedient. ਮੈਂ ਆਗਿਆਕਾਰੀ ਬੇਟਾ ਆਗਿਆਕਾਰੀ ਬੇਟੀ ਬਣਨਾ I ਚਾਹੁੰਦੀ want to ਹਾਂ be obedient son and daughter to the Lord. ਮੈਂ ਪਰਮੇਸ਼ਰ ਦੀ ਆਗਿਆ ਮੰਨਣ ਵਾਲੀ ਬੇਟੀ ਬੇਟਾ ਬਣਨਾ ਚਾਹੁੰਦਾ ਹਾਂ I don't want to become weak in my tough situations. ਮੈਂ ਆਪਣੇ ਇਹਨਾਂ ਹਾਲਾਤਾਂ ਦੇ ਵਿੱਚ ਕਮਜ਼ੋਰ ਨਹੀਂ ਪੈਣਾ ਚਾਹੁੰਦਾ ਪ੍ਰਭੂ I don't want to do any adjustment, compromise with this world. ਮੈਂ ਕੋਈ ਇਸ ਦੁਨੀਆਦਾਰੀ ਦੀ ਗੱਲਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦਾ ਪ੍ਰਭੂ I just want to be a obedient daughter or son to you. ਮੈਂ ਬਸ ਤੇਰਾ ਆਗਿਆਕਾਰੀ ਬੇਟਾ ਆਗਿਆਕਾਰੀ ਬੇਟੀ ਬਣਨਾ ਚਾਹੁੰਦੀ ਹਾਂ Please, ਪਰਮੇਸ਼ਰ Holy Spirit, help us. ਓ ਪਵਿੱਤਰ ਆਤਮਾ ਮਦਦ ਦੀ ਪੁਕਾਰ ਨੂੰ ਸੁਣੋ ਸਾਡੀ ਮਦਦ ਕਰੋ Hallelujah. If you are able to do, if you are obedient, if you are obeying to the Lord, ਜੇਕਰ ਤੁਸੀਂ ਪਰਮੇਸ਼ਰ ਦੀ ਆਗਿਆ ਨੂੰ ਮੰਨ ਰਹੇ ਹੋ you will see his special grace in your ਤੁਸੀਂ life. ਉਹਦੀ ਖਾਸ ਦਇਆ ਨੂੰ ਆਪਣੇ ਜੀਵਨ ਵਿੱਚ ਵੇਖੋਗੇ Hallelujah. ਹਾਲੇਲੂਇਆ Hallelujah. ਹਾਲੇਲੂਇਆ When I was praying last night, ਜਦੋਂ ਮੈਂ ਪਿਛਲੀ ਰਾਤ ਨੂੰ ਪ੍ਰਾਰਥਨਾ ਕਰ ਰਹੀ ਸੀ I was preparing the sermon about obedience.
ਮੈਂ ਵਚਨ ਦੇਖ ਰਹੀ ਸੀ, ਆਗਿਆਕਾਰਤਾ ਤੇ ਵਚਨ ਦੇਖ ਰਹੀ ਸੀ। I was just looking that how this disobedient sin brought a heavy sin in this world. ਮੈਂ ਇਹ ਜੜ ਨੂੰ ਦੇਖ ਰਹੀ ਸੀ ਕਿ ਅਣਆਗਿਆਕਾਰਤਾ ਦਾ ਪਾਪ ਕਿਵੇਂ ਆ ਗਿਆ ਇਸ ਦੁਨੀਆ ਦੇ ਵਿੱਚ, ਕਿਵੇਂ ਫੈਲ ਗਿਆ। See, the beautiful garden of Eden got closed forever because of this disobedient sin. ਦੇਖੋ ਇਸ ਅਣਆਗਿਆਕਾਰਤਾ ਦੇ ਪਾਪ ਦੇ ਕਾਰਨ ਇੱਕ ਸੁੰਦਰ ਜਿਹੜਾ ਬਗੀਚਾ ਪ੍ਰਭੂ ਨੇ ਬਣਾਇਆ ਸੀ, ਅਦਨ ਦੀ ਵਾਟਿਕਾ, ਉਹ ਸਦਾ ਦੇ ਲਈ ਬੰਦ ਹੋ ਗਈ। Hallelujah. Your disobedient will close the many door of blessings for you. ਦੇਖੋ ਤੁਹਾਡੀ ਅਣਆਗਿਆਕਾਰਤਾ ਦਾ ਪਾਪ, ਤੁਹਾਡਾ ਅਣਆਗਿਆਕਾਰਤਾ ਦਾ ਸੁਭਾਅ ਤੁਹਾਡੇ ਲਈ ਬਰਕਤਾਂ ਦੇ ਰਸਤੇ ਨੂੰ ਬੰਦ ਕਰ ਦੂਗਾ। Hallelujah. ਹਾਲੇਲੂਇਆ। What Lord Yahweh did with Adam and Eve. ਦੇਖੋ ਯਹੋਵਾ ਪਰਮੇਸ਼ਰ ਨੇ ਕਿਵੇਂ ਕੀ ਕੀਤਾ ਆਦਮ ਤੇ ਹਵਾ ਨਾਲ। You disobeyed me. ਦੇਖੋ ਯਹੋਵਾ ਪਰਮੇਸ਼ਰ ਦੀ ਆਵਾਜ਼ ਉਹਨਾਂ ਨੇ ਕਿਹਾ ਤੁਸੀਂ ਮੇਰੇ ਨਾਲ ਅਣਆਗਿਆਕਾਰਤਾ ਕੀਤੀ, ਮੇਰੀ ਗੱਲ ਨਹੀਂ ਮੰਨੀ, Get out from here. ਇਸ ਅਦਨ ਦੀ ਵਾਟਿਕਾ ਚੋਂ ਬਾਹਰ ਹੋ ਜਾਓ। And the beautiful relation, a fellowship was there. It's broken. ਦੇਖੋ ਜਿਹੜਾ ਉਹ ਰਿਸ਼ਤਾ ਸੀ ਪਰਮੇਸ਼ਵਰ ਨਾਲ ਆਦਮ ਤੇ ਹਵਾ ਦਾ, ਉਹ ਸੁੰਦਰ ਰਿਸ਼ਤਾ, ਉਹ ਸੁੰਦਰ ਪ੍ਰੇਮ ਉਸ ਦਿਨ ਹੀ ਟੁੱਟ ਗਿਆ ਸੀ। Hallelujah. And because of that disobedient sin, Jesus has to left the heaven and came here and died for us to pay all the price. ਤੇ ਦੇਖੋ ਉਸ ਅਣਆਗਿਆਕਾਰਤਾ ਦੇ ਪਾਪ ਦੇ ਕਾਰਨ ਹੀ ਜੋ ਆਦਮ ਤੇ ਹਵਾ ਤੋਂ ਹੋਇਆ, ਇਸੇ ਗੱਲ ਕਰਕੇ ਉਹ ਯਹੋਵਾ ਪਰਮੇਸ਼ਰ ਨੇ ਕੀ ਸੋਚਿਆ ਕਿ ਮੈਂ ਆਪਣੇ ਪੁੱਤਰ ਨੂੰ ਇਹਨਾਂ ਦੇ ਲਈ ਘੱਲਾਂਗਾ ਤੇ ਉਹ ਇਹਨਾਂ ਦੇ ਪਾਪਾਂ ਦੀ ਮਾਫੀ ਕਰਕੇ ਮਾਰਿਆ ਜਾਵੇ ਤੇ 30 ਦਿਨ ਮੁਰਦਿਆਂ ਤੋਂ ਜੀ ਉੱਠ ਕੇ ਵਾਪਸ ਸਵਰਗ ਨੂੰ ਆਵੇ। Jesus had to pay a price for your disobedience. ਉਸ ਅਣਆਗਿਆਕਾਰਤਾ ਦੇ ਪਾਪ ਦੇ ਲਈ ਯੀਸ਼ੂ ਨੂੰ ਪੂਰੀ ਕੀਮਤ ਚੁਕਾਣੀ ਪਈ। Hallelujah. ਹਾਲੇਲੂਇਆ। Then how success will be free for you? ਦੇਖੋ ਤਾਂ ਤੁਹਾਡੇ ਲਈ ਸਫਲਤਾ ਕਿਵੇਂ ਮੁਫਤ ਹੋ ਸਕਦੀ ਹੈ। You also have to pay price. ਤੁਹਾਨੂੰ ਵੀ ਕੀਮਤ ਚੁਕਾਣੀ ਪਊਗੀ ਕਲੀਸਿਆ। Your price is not much, not difficult. ਤੁਹਾਡਾ ਕੀਮਤ ਚੁਕਾਣਾ ਇੰਨਾ ਔਖਾ ਨਹੀਂ ਹੈ ਉਹ ਚੀਜ਼, Because main price is already paid on the cross with the full pain. ਕਿਉਂਕਿ ਜਿਹੜੀ ਉਹ ਖਾਸ ਕੀਮਤ ਸੀ ਪਹਿਲਾਂ ਤੋਂ ਹੀ ਪਰਮੇਸ਼ਰ ਦੇ ਪੁੱਤਰ ਯੀਸ਼ੂ ਮਸੀਹ ਦੇ ਰਾਹੀਂ ਉਹ ਕੀਮਤ ਚੁਕਾ ਦਿੱਤੀ ਗਈ ਹੈ। You need to do only little. ਤੁਹਾਨੂੰ ਸਿਰਫ ਥੋੜਾ ਜਿਹਾ ਹੀ ਕੁਝ ਹੋਰ ਕਰਨ ਦੀ ਲੋੜ ਹੈ। Whatever is written here, ਦੇਖੋ ਇਹ ਪਵਿੱਤਰ ਵਚਨ ਵਿੱਚ ਜੋ ਕੁਝ ਵੀ ਲਿਖਿਆ ਹੈ, just obey. ਇਸ ਨੂੰ ਮੰਨੋ, ਆਗਿਆ ਮੰਨੋ, ਹੁਕਮਾਂ ਨੂੰ ਮੰਨੋ। Yes, success and prosperity will rule on your home. ਦੇਖੋ ਤਰੱਕੀ, ਉન્નਤੀ, ਸਫਲਤਾ, ਬਰਕਤਾਂ ਸਭ ਤੁਹਾਡੀ ਜ਼ਿੰਦਗੀ ਦੇ ਉੱਤੇ ਆਉਣਗੀਆਂ, ਜ਼ਿੰਦਗੀ ਵਿੱਚ ਆਉਣਗੀਆਂ। Hallelujah. Hallelujah. ਹਾਲੇਲੂਇਆ। While I was preparing this sermon, ਜਦੋਂ ਮੈਂ ਇਹ ਵਚਨ ਪੜ੍ਹ ਰਹੀ ਸੀ, ਵਚਨ ਤਿਆਰ ਕਰ ਰਹੀ ਸੀ, God gave me, Holy Spirit gave me a very beautiful song. ਦੇਖੋ ਪਵਿੱਤਰ ਆਤਮਾ ਨੇ ਮੈਨੂੰ ਬਹੁਤ ਸੋਹਣਾ ਗੀਤ ਦਿੱਤਾ ਉਦੋਂ। भरपूर है यीशु, भरपूर है यीशु, तेरा फजल मुझ पे भरपूर है। This song Holy Spirit gave me last night. ਦੇਖੋ ਪਵਿੱਤਰ ਆਤਮਾ ਨੇ ਪਿਛਲੀ ਰਾਤ ਹੀ ਮੈਨੂੰ ਇਹ ਇੰਨਾ ਸੋਹਣਾ ਭਜਨ ਦਿੱਤਾ। I wrote it. ਮੈਂ ਲਿਖ ਲਿਆ। Hallelujah. ਹਾਲੇਲੂਇਆ। And we all sang it. ਤੇ ਆਪਾਂ ਸਾਰਿਆਂ ਨੇ ਗਾਇਆ ਵੀ ਆਰਾਧਨਾ ਦੇ ਵਿੱਚ। And we enjoyed it. ਕਿੰਨਾ ਆਨੰਦ ਕਰ ਰਹੇ ਸੀ ਅਸੀਂ ਇਹ ਭਜਨ ਗਾ ਕੇ। Hallelujah. ਹਾਲੇਲੂਇਆ। His grace is sufficient in your all conditions. ਉਹਦੀ ਦਇਆ ਤੁਹਾਡੇ ਸਾਰੇ ਹਾਲਾਤਾਂ ਲਈ ਕਾਫੀ ਹੈ। If you feel difficulty to obey God, ਜੇਕਰ ਤੁਸੀਂ ਬੜੀ ਕਠਿਨਾਈ ਮਹਿਸੂਸ ਕਰਦੇ ਹੋ ਉਹਦੇ ਹੁਕਮਾਂ ਨੂੰ ਮੰਨਣ ਲਈ, oh Lord, I am unable to obey you. ਤੁਸੀਂ ਕਹੋ ਪਰਮੇਸ਼ਰ ਮੈਂ ਤਾਂ ਹੋ ਨਹੀਂ ਰਿਹਾ, ਪਰਮੇਸ਼ਰ ਮੈਂ ਤਾਂ ਹੋ ਨਹੀਂ ਰਿਹਾ, ਮੈਂ ਕਿਵੇਂ ਤੇਰੇ ਹੁਕਮਾਂ ਦੀ ਪਾਲਣਾ ਕਰਾਂ। Then remember that what Paulus is saying, that your grace is sufficient for me. ਤਾਂ ਯਾਦ ਰੱਖੋ ਪੌਲੁਸ ਨੇ ਕੀ ਲਿਖਿਆ ਪੱਤੀਆਂ 'ਚ। ਪੌਲੁਸ ਨੇ ਕਿਹਾ ਪਰਮੇਸ਼ਰ ਤੇਰੀ ਦਇਆ ਮੇਰੇ ਲਈ ਕਾਫੀ ਹੈ। And you know what Paulus is saying, that every day I kill my body, I kill this flesh. ਦੇਖੋ ਪੌਲੁਸ ਕੀ ਕਹਿੰਦਾ ਪੱਤੀਆਂ 'ਚ, ਕਹਿੰਦੇ ਮੈਂ ਹਰ ਰੋਜ਼ ਆਪਣੇ ਸਰੀਰ ਨੂੰ ਮਾਰ ਦਾਂਗਾ। It doesn't mean that beating a body with something. ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਕੋਈ ਚੀਜ਼ ਲੈ ਕੇ ਆਪਣੇ ਸਰੀਰ ਨੂੰ ਮਾਰ ਰਿਹਾ, ਆਪਣੇ ਸਰੀਰ ਨੂੰ ਦੁੱਖ ਪਹੁੰਚਾ He ਰਿਹਾ, ਸੱਟ means ਦੇ ਰਿਹਾ। whatever worldly attractions or another nonsense things are coming to my mind, I just kill my flesh not to do this. Just killing my body not to involve in that. ਮੈਂ ਆਪਣੇ ਸਰੀਰ ਨੂੰ ਇੰਨਾ ਰੋਕ ਰਿਹਾ, ਇੰਨਾ ਮਾਰ ਰਿਹਾ ਕਿ ਮੇਰਾ ਸਰੀਰ, ਮੇਰੀ ਆਤਮਾ ਉਹਨਾਂ ਵਿੱਚ ਸ਼ਾਮਿਲ ਨਾ ਹੋਵੇ। Hallelujah. ਹਾਲੇਲੂਇਆ। Kill your flesh every day. ਆਪਣੀ ਇਸ ਮਾਸ ਦੀ ਦੇਹ ਨੂੰ ਮਾਰੀਏ। Just stop it and just rebuke it. Don't go there. ਇਹਨੂੰ ਡਾਂਟੀਏ, ਇਹਨੂੰ ਹੁਕਮ ਦਈਏ, ਇਹ ਮੇਰੇ ਸਰੀਰ ਮੈਂ ਤੈਨੂੰ ਹੁਕਮ ਦਿੰਨਾ, ਦੁਨੀਆ ਦੀ ਗੱਲਾਂ ਵੱਲ ਨਹੀਂ ਮਨ ਲਾਉਣਾ, You are ਉੱਥੇ the ਨਹੀਂ holy, ਜਾਣਾ। you are the holy temple of ਤੂੰ God. ਪਰਮੇਸ਼ਵਰ ਦਾ ਮੰਦਿਰ ਹੈ।
And in this temple, obedience nature is must. ਔਰ ਇਸ ਮੰਦਿਰ ਦੇ ਵਿੱਚ ਯੀਸ਼ੂ ਦੇ ਮੰਦਿਰ ਵਿੱਚ ਆਗਿਆਕਾਰਤਾ ਹੀ ਹੋਣੀ ਚਾਹੀਦੀ ਹੈ। Hallelujah. ਹਾਲੇਲੂਇਆ Hallelujah. ਹਾਲੇਲੂਇਆ। If you really love Jesus, you will obey his commandments. ਜੇਕਰ ਤੁਸੀਂ ਸੱਚੀਓ ਪ੍ਰਭੂ ਨੂੰ ਪਿਆਰ ਕਰਦੇ ਹੋ ਤਾਂ ਉਹਦੇ ਸਾਰੇ ਹੁਕਮਾਂ ਨੂੰ ਮੰਨੋਗੇ। Hallelujah. ਹਾਲੇਲੂਇਆ। Let us everyone close your eyes. We will worship his holy ਆਓ name. ਸਭ ਜਨ ਆਪਣੀ ਅੱਖਾਂ ਨੂੰ ਬੰਦ ਕਰੀ ਆਪਾਂ ਆਰਾਧਨਾ ਵਿੱਚ ਜਾਵਾਂਗੇ। ਆਰਾਧਨਾ ਕਰਾਂਗੇ ਉਹਦੇ ਪਵਿੱਤਰ ਨਾਮ ਦੀ। Hallelujah. यीशु भरपूर है, यीशु तेरा फजल मुझ पे भरपूर